ਹਾਰਦਿਕ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜ਼ਰ ਲੈ ਕੇ ਅੱਜ ਦਾ ਮੁੱਦਾ ਲਾਈਵ ਮੇਰੇ ਨਾਲ ਜੁੜ ਚੁੱਕੇ ਨੇ ਰਜਿੰਦਰ ਮਹਿੰਦਰੂ ਜੀ ਤੇ ਨਾਲ ਦਾ ਕੰਵਰ ਮੰਜ਼ਲ ਜੀ। ਤੇ ਉਮੀਦ ਤਾਂ ਇਹ ਵੀ ਕਰਨੀ ਬਣਦੀ ਹੈ ਕਿ ਸੁਰਿੰਦਰ ਮਿੱਤਲ ਜੀ ਵੀ ਬੜੇ ਦਿਨ ਹੋ ਗਏ ਜੁੜਿਆ ਨੂੰ, ਅੱਜ ਉਹ ਸਮਾਂ ਕੱਢ ਲੈਣਗੇ, ਜੁੜ ਪੈਣਗੇ। ਤੁਹਾਡਾ ਹਾਰਦਿਕ ਸਵਾਗਤ ਜੀ ਮੰਜ਼ਲ ਸਾਹਿਬ, ਮਹਿੰਦਰੂ ਜੀ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੱਲ ਆਪਾਂ ਗੱਲ ਦਾ ਦੌਰ ਸ਼ੁਰੂ ਕਰਦੇ ਹਾਂ ਜੀ। ਮੈਨੂੰ ਲੱਗਦਾ ਮਿੱਤਲ ਸਾਹਿਬ ਜਿਹੜੇ ਆ ਹੀ ਗਏ ਨੇ, ਪਹੁੰਚ ਗਏ ਨੇ। ਸਵਾਗਤ ਤੁਹਾਡਾ ਮਿੱਤਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸੌਰੀ ਮਾਫੀ ਲੇਟ ਲਈ। ਹਾਂਜੀ ਜੀ, ਤੇ ਆਪਾਂ ਗੱਲਬਾਤ ਦਾ ਦੌਰ ਸ਼ੁਰੂ ਕਰਦੇ ਹਾਂ ਜੀ। ਕੱਲ ਅੱਜ ਦੀਆਂ ਜੋ ਖਬਰਾਂ ਨੇ ਇਹ ਕਹਿੰਦੀਆਂ ਨੇ ਕਿ ਪੰਜਾਬੀਆਂ ਦੀ ਗੱਲ ਹੀ ਵੱਖਰੀ ਹੈ। ਕਹਿੰਦੇ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਨੇ, ਕੈਬਨਿਟ ਨੇ ਪਾਸ ਕੀਤਾ, ਜਿੱਥੇ ਉਹਨੇ BSNL ਨੂੰ ਜਿਹੜਾ ਬੜਾ ਵੱਡਾ ਪੈਕੇਜ ਦਿੱਤਾ 4G 5G ਕਰਨ ਵਾਸਤੇ, ਨੈਟਵਰਕ ਬਣਾਉਣ ਲਈ, ਉੱਥੇ ਉਹਨਾਂ ਨੇ ਕਿਸਾਨਾਂ ਦਾ ਖਾਸ ਖਿਆਲ ਰੱਖਿਆ। ਕਿਸਾਨਾਂ ਨੂੰ ਝੋਨੇ ਦੀ MSP ਜਿਹੜੀ ਹੈ 143 ਰੁਪਏ ਕੁਇੰਟਲ ਜਿਹੜੀ ਵਧਾਈ, ਨਾਲ ਨਾਲ ਕਪਾਹ ਦਾ ਵਾਧਾ ਕੀਤਾ 640 ਰੁਪਏ। ਪਰ ਕਹਿੰਦੇ ਪੰਜਾਬ ਦੇ ਕਿਸਾਨ ਜਿਹੜੇ ਨਾ ਖੁਸ਼। ਹਰਿਆਣੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀ, ਹਰਿਆਣਾ 'ਚ ਸੂਰਜਮੁਖੀ ਦੀ ਖਰੀਦ ਤੇ MSP ਦੀ ਮੰਗ ਕਰ ਰਹੇ ਸੀਗੇ। ਗੁਰਨਾਮ ਸਿੰਘ ਚੜੂਨੀ, ਉਹਨਾਂ ਨੂੰ ਹਰਿਆਣਾ ਸਰਕਾਰ ਨੇ ਅਰੈਸਟ ਕੀਤਾ ਤੇ ਉਹਨੂੰ ਛਡਾਉਣ ਵਾਸਤੇ ਟੋਲ ਪਲਾਜ਼ਾ ਜਿਹੜਾ ਉਹ ਲੁਧਿਆਣੇ ਦਾ ਫ੍ਰੀ ਕਰਾਤਾ। ਇਹ ਕਿਸਾਨ ਜਥੇਬੰਦੀਆਂ ਕਰ ਰਹੀਆਂ ਸੀ। ਔਰ ਸਤਨਾਮ ਸਿੰਘ ਪੰਨੂ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ, ਉਹ ਕਹਿੰਦੇ ਜੀ ਅਸੀਂ ਖੁਸ਼ ਨਹੀਂ ਕਿ ਸਰਕਾਰ ਦੇ ਇਸ ਫੈਸਲੇ ਤੇ ਜਿਹੜੇ ਰੇਟ ਵਧਾਏ ਨੇ। ਕਹਿੰਦੇ ਕਿਉਂਕਿ ਸਵਾਮੀਨਾਥਨ ਰਿਪੋਰਟਾਂ ਦੇ, ਸਵਾਮੀਨਾਥਨ ਦੀ ਜਿਹੜੀ ਰਿਪੋਰਟ ਆ ਉਹਦੇ ਅਨੁਸਾਰ ਨਹੀਂ। ਦੂਜੇ ਪਾਸੇ ਗੱਲ ਕਰਾਂਗੇ ਕੈਸ਼ ਟ੍ਰਾਂਜੈਕਸ਼ਨ ਦੀ। ਜਦੋਂ ਸਾਰਾ ਮੁਲਕ ਜਿਹੜਾ ਉਹ ਵੱਧ ਰਿਹਾ ਹੈ ਕਿ ਕੈਸ਼ ਦੀ ਟ੍ਰਾਂਜੈਕਸ਼ਨ ਘਟ ਰਹੀ ਹੈ ਤੇ ਲੋਕੀ ਆਨਲਾਈਨ ਪੇਮੈਂਟ ਵਗੈਰਾ ਕਰਦੇ, ਤਾਂ ਰਿਪੋਰਟ ਆਈ ਹੈ ਜੇ ਉੱਤਰੀ ਭਾਰਤ ਦੀ ਗੱਲ ਕਰੀਏ, ਪੰਜਾਬ ਨੂੰ ਸਭ ਤੋਂ ਵੱਧ ਕੈਸ਼ ਹੀ ਕਹਿੰਦੇ ATM ਤੋਂ ਨਗਦੀ ਕੱਢਣ ਦਾ ਅਗਰ ਦੇਖਿਆ ਜਾਵੇ ਸਭ ਤੋਂ ਵੱਧ ਹਰਿਆਣੇ 'ਚ, ਪੰਜਾਬ ਔਰ ਹਿਮਾਚਲ ਦੇ ਵਿਚਾਲੇ। ਇਹ ਪੁਰਾਣਾ ਪੰਜਾਬ ਹੈ ਸਰ। ਪੰਜਾਬ ਦੇ ਵਿੱਚ ਪਿਛਲੇ ਸਾਲ 1.40 ਕਰੋੜ ਰੁਪਏ ਦਾ ਜਿਹੜਾ ਉਹ ਇੱਕ ATM 'ਚੋਂ ਕੱਢਿਆ ਗਿਆ ਸੀ, ਤੇ ਐਤਕੀ 1.50 ਕਰੋੜ ਰੁਪਏ ਇੱਕ ATM 'ਚੋਂ ਕੱਢਿਆ। ਹਰਿਆਣਾ 'ਚ 139 ਤੋਂ 140 ਹੋਇਆ, ਹਿਮਾਚਲ ਵਿੱਚ 117 ਤੋਂ 121 ਹੋਇਆ। ਕੰਪੈਰੀਜ਼ਨ ਕਰੀਏ ਤਾਂ ਹਰਿਆਣੇ ਵਿੱਚ ਲੋਕੀ ਆਨਲਾਈਨ ਟ੍ਰਾਂਜੈਕਸ਼ਨ ਵੱਲ ਨੂੰ ਜ਼ਿਆਦਾ ਵੱਧ ਰਹੇ ਨੇ। ਸਿਰਫ 0.7% ਦਾ ਕੈਸ਼ ਨਿਕਾਸੀ ਦਾ ਵਾਧਾ ਹੋਇਆ ATM। ਹਿਮਾਚਲ ਵਿੱਚ 3.3% ਦਾ ਵਾਧਾ ਹੋਇਆ, ਜਦ ਕਿ ਪੰਜਾਬ ਉਸ ਤੋਂ ਵੀ ਦੁੱਗਣਾ 6.6% ਦਾ ਵਾਧਾ ਦਰਜ ਕੀਤਾ ਗਿਆ। ਤੇ ਤੀਜੇ ਪਾਸੇ ਗੱਲ ਕਰੀਏ ਸਿਆਸਤ ਦੀ, ਤੇ ਸਿਆਸਤ ਵਿੱਚ ਵੀ ਜੋ ਬਿਆਨਬਾਜ਼ੀ ਪਿਛਲੇ ਦਿਨਾਂ ਤੋਂ ਜਾਰੀ ਸੀ ਭਗਵੰਤ ਮਾਨ ਜੀ ਦੀ ਸ਼ਾਦੀ ਨੂੰ ਲੈ ਕੇ, ਤੇ ਭਗਵੰਤ ਮਾਨ ਜੀ ਨੇ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਇਸ ਦਾ ਇਤਰਾਜ਼ ਤੇ ਹੋ ਸਕਦਾ ਕਿ ਸ਼ਾਇਦ ਸਿਆਸਤ ਦਾ ਪੱਧਰ ਨਹੀਂ ਹੈ, ਪਰ ਉਹਨਾਂ ਨੇ ਇਹ ਗੱਲ ਨਾਲ ਜ਼ਰੂਰ ਕਹੀ ਹੈ ਕਿ ਜੇ ਤੁਹਾਡਾ ਇਹ ਪੱਧਰ ਹੈ ਤਾਂ ਚਲੋ ਮੇਰੇ ਵੱਲੋਂ ਵੀ ਚੱਲੋ, ਤੇ ਇਸੇ ਰੂਟ ਤੇ ਚੱਲਣਾ ਤੇ ਇਵੇਂ ਵੀ ਚੱਲ ਪਓ। ਤੇ ਲੋਕ ਜਿਹੜੇ ਨੇ ਇਹਨਾਂ ਦੀਆਂ ਗੱਲਾਂ ਦਾ ਪੂਰਾ ਸਵਾਦ ਲੈ ਰਹੇ ਨੇ ਪੰਜਾਬੀ, ਤੇ ਨਾਲ ਦੇ ਨਾਲ ਪੰਜਾਬੀਆਂ ਦੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਵਿਚਾਰਨਯੋਗ ਨੇ, ਤੇ ਆਪਾਂ ਉਹਨਾਂ ਤੇ ਵੀ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਜਿਹੜੀ MSP ਦਾ ਵਾਧਾ ਕੀਤਾ ਗਿਆ, ਇਹਨੂੰ ਜਿਹੜੇ ਆ ਸਾਡੇ ਬੁਲਾਰੇ ਕਿਵੇਂ ਦੇਖਦੇ ਆ। ਕੰਵਰ ਮੰਜ਼ਲ ਜੀ, MSP ਵਧਾਤੀ ਸਰਕਾਰ ਨੇ 640 ਰੁਪਏ ਕਪਾਹ ਤੇ ਜੀ, 640 ਰੁਪਏ ਕਪਾਹ ਤੇ 143 ਰੁਪਏ ਦਾ ਵਾਧਾ ਜਿਹੜਾ ਆ ਉਹ ਝੋਨੇ ਦੀ ਫਸਲ ਦੇ ਉੱਤੇ ਕੀਤਾ ਗਿਆ ਸੈਂਟਰ ਸਰਕਾਰ ਵੱਲੋਂ। ਇਹ ਬੜਾ ਸ਼ਲਾਘਾਯੋਗ ਕਦਮ ਆ, ਪਰ ਲੇਕਿਨ ਕਿਸਾਨ ਜਥੇਬੰਦੀਆਂ ਜਿਹੜਾ ਇਹਦਾ ਵਿਰੋਧ ਕਰ ਰਹੀਆਂ ਨੇ। ਚਲੋ ਉਹਨਾਂ ਦੇ ਕੁਝ ਆਪਣੇ ਮਸਲੇ ਨੇ, ਉਹ ਆਪਣੀ ਜਗ੍ਹਾ ਤੇ ਠੀਕ ਹੋ ਸਕਦੇ ਨੇ, ਪਰ ਲੇਕਿਨ ਮੇਰੇ ਹਿਸਾਬ ਦੇ ਨਾਲ ਜਿਹੜਾ ਸੈਂਟਰ ਵੱਲੋਂ ਇਹ ਵਾਧਾ ਕੀਤਾ ਗਿਆ ਬੜਾ ਸ਼ਲਾਘਾਯੋਗ ਕਦਮ ਆ, ਔਰ ਇਹਦਾ ਸਵਾਗਤ ਕਰਨਾ ਚਾਹੀਦਾ। ਹਰ ਵੇਲੇ ਹਰ ਗੱਲ ਦੇ ਉੱਤੇ ਵਿਰੋਧ ਹੀ ਜਿਹੜਾ ਕਰਨਾ ਉਹ ਵੀ ਜਾਇਜ਼ ਨਹੀਂ ਹੁੰਦਾ। ਪਰ ਮੈਂ ਇਹ ਇੱਕ ਚੀਜ਼ ਦੇਖ ਰਿਹਾ ਵੀ ਸਾਡੀ ਕਿਸਾਨ ਜਥੇਬੰਦੀਆਂ ਦਾ ਨਾ ਇੱਕ ਕਲਚਰ ਬਣ ਚੁੱਕਾ ਆ ਵੀ ਹਰ ਗੱਲ ਦੇ ਉੱਤੇ ਵਿਰੋਧ ਜਤਾਈ ਜੋ, ਹਰ ਗੱਲ ਦੇ ਵਿਰੋਧ ਜਤਾਈ ਜੋ। ਜਦੋਂ ਟੇਬਲ ਟਾਕ ਬਣੀਆਂ ਨੇ ਉਹਦੇ ਤੇ ਆਪਾਂ ਟੇਬਲ ਟਾਕ ਤੇ ਆਉਣ ਨੂੰ ਤਿਆਰ ਹੀ ਨਹੀਂ ਹੁੰਦੇ। ਅਸੀਂ ਹਰ ਵੇਲੇ ਧਰਨਾ ਲਾਉਣ ਦੇ ਵਿੱਚ ਬਿਲੀਵ ਕਰਦੇ ਹਾਂ, ਔਰ ਪਤਾ ਨਹੀਂ ਇੰਨਾ ਸਮਾਂ ਇਹ ਕਿੱਥੋਂ ਕੱਢ ਲੈਂਦੇ ਨੇ ਵੀ ਹਰ ਗੱਲ ਦੇ ਉੱਤੇ ਧਰਨਾ ਲਾ ਕੇ। ਹੁਣ ਲੁਧਿਆਣੇ ਦਾ ਟੋਲ ਪਲਾਜ਼ਾ ਬੰਦ ਕਰ ਦਿੱਤਾ, ਔਰ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਇਹ ਜ਼ਿਆਦਾ ਕੰਮ ਕਰਦੇ ਨੇ। ਔਰ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਵੀ ਜਨਤਾ ਦੀ ਪਰੇਸ਼ਾਨੀ ਦਾ ਵੀ ਖਿਆਲ ਇਹਨਾਂ ਨੂੰ ਜ਼ਰੂਰ ਰੱਖਣਾ ਚਾਹੀਦਾ। ਤੇ ਬਾਕੀ ਜਿਹੜਾ ਸੈਂਟਰ ਸਰਕਾਰ ਨੇ ਵਾਅਦਾ ਕੀਤਾ ਆ, ਮੈਂ ਸਵਾਗਤ ਕਰਦਾ ਇਸ ਵਾਅਦੇ ਦਾ। ਇਹ ਬੜਾ ਸ਼ਲਾਘਾਯੋਗ ਕਦਮ ਹੈ ਜੀ। ਮਿੱਤਲ ਸਾਹਿਬ, ਪੰਜਾਬੀਆਂ ਨੂੰ ਕੈਸ਼ ਵੀ ਬੜਾ ਪਸੰਦ ਆ ਰਿਹਾ, ATM ਤੋਂ ਪੈਸੇ ਕਢਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਪੈ ਰਹੀ ਪੰਜਾਬੀਆਂ ਨੂੰ, ਜਦੋਂ ਕਿ ਅੱਜ ਕੱਲ ਘਰ ਬੈਠੇ ਬਿਠਾਏ ਮੋਬਾਈਲ ਤੋਂ ਟ੍ਰਾਂਜੈਕਸ਼ਨ ਹੋ ਜਾਂਦੀਆਂ, ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਕਿਵੇਂ ਦੇਖਦੇ ਹੋ
ਪੰਜਾਬੀਆਂ ਦੀ ਇਸ ਪਸੰਦ ਨੂੰ, ਕਿਉਂਕਿ ਪੰਜਾਬੀਆਂ ਦੀ ਤਾਂ ਗੱਲ ਹੀ ਵੱਖਰੀ ਹੈ। ਦੇਖੋ ਦੇਖੋ ਇਹ ਕੋਈ ਸ਼ੱਕ ਨਹੀਂ, ਪੰਜਾਬੀਆਂ ਦੀ ਸ਼ਾਨ ਵੱਖਰੀ, ਲੇਕਿਨ ਬਹੁਤ ਵਧੀਆ ਇੱਕ ਮੈਸੇਜ ਹੈ। ਜਿਸ ਤਰ੍ਹਾਂ ਮੋਦੀ ਜੀ ਨੇ ਸਟੈਪ ਲਿਆ ਸੀਗਾ ਕਿ ਆਨਲਾਈਨ ਅਸੀਂ ਟ੍ਰਾਂਜੈਕਸ਼ਨਸ ਕਰੀਏ, ਆਨਲਾਈਨ ਬੈਂਕਿੰਗ ਇਸਤੇਮਾਲ ਕਰੀਏ, ਤੋ ਉਹਦੇ ਬੜੇ ਲਾਭ ਨੇ। ਇਹਦੇ ਨਾਲ ਕੀ ਹੋਇਆ, ਇੱਕ ਡਾਟਾ ਸਰਕਾਰ ਕੋਲ ਜਾ ਰਿਹਾ ਕਿ ਜਿੰਨਾ ਅਸੀਂ ਆਨਲਾਈਨ ਬੈਂਕਿੰਗ ਯੂਜ਼ ਕਰ ਰਹੇ ਹਾਂ, ਸਰਕਾਰ ਨੂੰ ਪਤਾ ਲੱਗ ਰਿਹਾ ਕਿ ਕਿਹੜੇ ਇਨਕਮ ਟੈਕਸ ਪੇਈ ਨੇ ਔਰ ਨਾਨ ਇਨਕਮ ਟੈਕਸ ਪੇਈ ਜਿਹੜੇ ਨੇ ਉਹ ਕਿੰਨੀ ਕੁ ਟ੍ਰਾਂਜੈਕਸ਼ਨ ਕਰਦੇ ਨੇ ਲੇਕਿਨ ਇਨਕਮ ਟੈਕਸ ਰਿਟਰਨ ਨਹੀਂ ਭਰ ਰਹੇ। ਇਹ ਹੌਲੀ ਹੌਲੀ ਡਾਟਾ ਸਰਕਾਰ ਕੋਲ ਜਾ ਰਿਹਾ ਹੈ। ਆਉਣ ਵਾਲੇ ਟਾਈਮ 'ਚ ਇਹਦਾ ਨਤੀਜਾ ਵੀ ਸਾਹਮਣੇ ਆਊਗਾ। ਦੂਸਰੀ ਗੱਲ, ਅੱਜ ਕੱਲ੍ਹ ਲੋਕ ATM ਜਾਂ ਆਨਲਾਈਨ ਬੈਂਕਿੰਗ ਜ਼ਿਆਦਾ ਕਿਉਂ ਯੂਜ਼ ਕਰਦੇ ਨੇ? ਇੱਕ ਤਾਂ ਸਮੇਂ ਦੀ ਘਾਟ, ਬੈਂਕ ਜਾ ਕੇ ਫਾਰਮੈਲਿਟੀਜ਼ ਬੜੀਆਂ, ਟਾਈਮ ਵੇਸਟ ਹੁੰਦਾ ਸੀ। ਘਰ ਬੈਠੇ ਆਪਾਂ 1 ਮਿੰਟ ਜਿਹਨੂੰ ਆਉਂਦੀ ਆਨਲਾਈਨ ਬੈਂਕਿੰਗ, ਇੱਕ ਕਲਿੱਕ ਕਰੋ, ਪੈਸਾ ਟ੍ਰਾਂਸਫਰ। ਇਸ ਤੋਂ ਬਾਅਦ ਦੀ ਗੱਲ ਜਿਹੜੀ ਹੈ, ਜਿੰਨੀਆਂ ਲੁੱਟਾਂ ਖੋਹ ਵੱਧ ਰਹੀਆਂ ਨੇ, ਸਾਨੂੰ ਕਿਤੇ ਜਾਣਾ 10,000 ਜੇਬ 'ਚ ਰੱਖ ਕੇ ਜਾਣਾ, ਟਰੈਵਲ ਕਰਨਾ, ਹਰ ਵੇਲੇ ਹੁੰਦਾ ਸੀ ਮੈਨੂੰ ਪੈਸੇ ਜੇਬ 'ਚ ਹੋਣੇ ਚਾਹੀਦੇ ਆ। ਲੁੱਟਾਂ ਖੋਹਾਂ ਡਰ ਉਹ ਹੁਣ ਹੈ ਕਿ ਠੀਕ ਹੈ, ਜਿੰਨੀ ਤੁਹਾਡੀ ਜ਼ਰੂਰਤ ਹੈ 500-700 ਜੇਬ 'ਚ ਰੱਖੋ, ATM ਤੁਹਾਡੇ ਕੋਲ ਹੈ, ਜਿੱਥੇ ਲੋੜ ਪਈ ATM ਤੋਂ ਕਢਾ ਲਓ। ਇੱਕ ਬੜੀ ਵੱਡੀ ਸਹੂਲੀਅਤ ਹੈ ਜਿਹੜੀ ਲੋਕਾਂ ਨੂੰ ਹੈ ਔਰ ਲੋਕ ਇਹਦਾ ਇਸਤੇਮਾਲ ਕਰ ਰਹੇ ਨੇ। ਤੇ ਮੈਂ ਤਾਂ ਸਮਝਦਾ ਬਹੁਤ ਹੀ ਵਧੀਆ ਗੱਲ ਹੈ ਔਰ ਇਹਦੇ ਆਉਣ ਵਾਲੇ ਟਾਈਮ 'ਚ ਬੜੇ ਵਧੀਆ ਰਿਜ਼ਲਟ ਮਿਲਣਗੇ ਆਪਾਂ ਨੂੰ। ਜੀ ਪਿੰਦਰੂ ਜੀ, ਪੰਜਾਬ ਦੇ ਵਿੱਚ ਲੀਡਰਾਂ ਦੀ ਜ਼ੁਬਾਨੀ ਜੰਗ ਬੜੀ ਜਿਹੜੀ ਆ ਉਹ ਵਗਦੀ ਜਾ ਰਹੀ, ਰੁਕਣ ਦਾ ਨਾਂ ਨਹੀਂ ਲੈ ਰਹੀ। ਪਿਛਲੇ ਦਿਨ ਨਵਜੋਤ ਸਿੱਧੂ ਨੇ ਵਿਕਰਮ ਸਿੰਘ ਮਜੀਠੀਆ ਨੂੰ ਜੱਫੀ ਪਾ ਰਹੇ ਸੀ, ਹਾਲਾਂਕਿ ਕਹਿੰਦੇ ਸੀ ਮੇਰੀ ਕੜੱਤਣ ਨਹੀਂ ਹਲੇ ਖਤਮ ਹੋਈ ਅੰਦਰਲੀ, ਜਿਹੜਾ ਗੁੱਸੇ ਗਿਲੇ ਹੈਗੇ ਉਹ ਹੈਗੇ ਨੇ। ਪਰ ਇੱਕ ਇਦਾਂ ਦਾ ਮੰਚ ਮਿਲਿਆ, ਡਾਕਟਰ ਬਲਜਿੰਦਰ ਸਿੰਘ ਹਮਦਰਦ ਹੋਣਾ ਦੀ ਹਮਾਇਤ ਵਿੱਚ ਇਕੱਠੇ ਹੋਈਆਂ ਸਾਰੀਆਂ ਪਾਰਟੀਆਂ, ਤੇ ਭਗਵੰਤ ਮਾਨ ਜੀ ਉਹਦੇ ਉੱਤੇ ਬੜਾ ਜਿਹੜਾ ਉਹ ਸਖਤ ਕਮੈਂਟ ਕਰਦੇ ਨੇ, ਕਹਿੰਦੇ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ। ਗੱਲ ਆਈ ਜਦੋਂ ਨਵਜੋਤ ਸਿੰਘ ਸਿੱਧੂ ਹੋਣੀ ਕਹਿੰਦੇ ਨੇ ਕਿ ਭਗਵੰਤ ਮਾਨ ਹੋਣੀ ਹੋਰ ਕੋਈ ਬਦਲਾਅ ਨਹੀਂ ਲਿਆਂਦਾ, ਸਿਰਫ ਜਨਾਨੀ ਬਦਲੀ ਹੈ, ਦੂਜਾ ਵਿਆਹ ਕਰਵਾਇਆ, ਹੋਰ ਕੋਈ ਬਦਲਾਅ ਨਹੀਂ ਹੁੰਦਾ। ਤਾਂ ਭਗਵੰਤ ਮਾਨ ਜੀ ਜਿਹੜਾ ਕਿ ਉਹਨਾਂ ਨੂੰ ਜਵਾਬ ਦਿੰਦੇ ਨੇ, ਤੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿੰਨਾ ਕੁ ਜਾਇਜ਼ ਹੈ? ਸੰਧੂ ਸਾਹਿਬ, ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਵੱਡੇ ਸਿਆਸਤਦਾਨ ਨੇ ਜੀ, ਰਾਜਨੀਤੀ ਦੇ ਵਿੱਚ ਉੱਗੇ ਚਿਹਰੇ ਨੇ, ਜਿਹੜੇ ਕਿ ਸਾਹਮਣੇ ਰਹਿ ਕੇ ਵੀ ਤੇ ਪਿੱਛੇ ਰਹਿ ਕੇ ਵੀ ਬਹੁਤ ਵੱਡੇ ਕੰਮ ਜਿਹੜੇ ਆ ਕਰਨ ਵਾਲੇ ਇਹ ਚਿਹਰੇ ਨੇ। ਤੇ ਕਿਸੇ ਦੀ ਜ਼ਾਤੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕਮੈਂਟ ਕਰਨਾ, ਮੈਂ ਸਮਝਦਾ ਕਿ ਸਿੱਧੂ ਸਾਹਿਬ ਦੇ ਲਈ ਇਹ ਗਲਤ ਗੱਲ ਸੀ ਜਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ। ਕਿਉਂਕਿ ਅਗਰ ਪਰਿਵਾਰਿਕ ਕਈ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਈ ਵਾਰੀ ਕਿਸੇ ਨੂੰ ਦੂਸਰੀ ਸ਼ਾਦੀ ਕਰਨੀ ਪੈਂਦੀ ਆ, ਔਰ ਅਗਰ ਕਰਨੀ ਪੈਂਦੀ ਆ ਤੇ ਉਹ ਹਾਲਾਤ ਉਹਦੇ ਆਪਣੀ ਜ਼ਿੰਦਗੀ ਦੇ ਨੇ। ਅਗਰ ਉਹ ਕਰਦੇ ਨੇ, ਚਾਹੇ ਉਹ ਮੁੱਖ ਮੰਤਰੀ ਨੇ, ਚਾਹੇ ਉਹ ਕੋਈ ਮੰਤਰੀ ਨੇ, ਤੇ ਚਾਹੇ ਕੋਈ ਆਮ ਸਧਾਰਨ ਨਾਗਰਿਕ ਹੈ, ਉਹ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰਨ ਦੇ ਲਈ ਕਰਦੇ ਨੇ ਤੇ ਉਹ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ, ਅਗਰ ਉਹ ਕਾਨੂੰਨੀ ਤੌਰ ਦੇ ਉੱਤੇ ਸਹੀ ਰਹਿ ਕੇ ਕੀਤੇ ਗਏ ਸ਼ਾਦੀ ਹੋਵੇ। ਤਾਂ ਮੈਂ ਸਮਝਦਾ ਕਿ ਸਿੱਧੂ ਸਾਹਿਬ ਨੇ ਜਿਹੜੀ ਇਹ ਜੰਗ ਸ਼ੁਰੂ ਕੀਤੀ, ਉਹਨਾਂ ਨੂੰ ਇਹ ਜੰਗ ਨਹੀਂ ਸ਼ੁਰੂ ਕਰਨੀ ਚਾਹੀਦੀ। ਉਹਨਾਂ ਨੂੰ ਕੋਈ ਨਾ ਕੋਈ ਪੰਜਾਬ ਦੀ ਤਰੱਕੀ ਦੇ ਲਈ, ਜਨਤਾ ਦੀ ਤਰੱਕੀ ਦੇ ਲਈ ਕੋਈ ਨਾ ਕੋਈ ਜੰਗ ਸ਼ੁਰੂ ਕਰਨੀ ਚਾਹੀਦੀ ਹੈ, ਜਿਸ ਦੇ ਨਾਲ ਪੰਜਾਬ ਦਾ ਤੇ ਪੰਜਾਬੀਅਤ ਦਾ ਭਲਾ ਹੋ ਸਕੇ। ਔਰ ਸਰਕਾਰ ਨੂੰ ਵੀ ਐਸਾ ਕੋਈ ਸਵਾਲ ਖੜਾ ਕਰਨ ਜਿਹਦੇ 'ਚ ਸਰਕਾਰ ਨੂੰ ਵੀ ਲੱਗੇ ਕਿ ਅਗਰ ਅਸੀਂ ਇਸ ਸਵਾਲ ਦਾ ਜਵਾਬ ਨਹੀਂ ਦਿੰਦੇ ਜਾਂ ਇਸ ਸਵਾਲ ਦਾ ਹੱਲ ਨਹੀਂ ਕਰਦੇ ਤਾਂ ਸਾਡੇ ਲਈ ਕੋਈ ਮੁਸ਼ਕਿਲ ਖੜੀ ਹੋ ਸਕਦੀ ਆ। ਤੇ ਮੈਂ ਸਮਝਦਾ ਕਿ ਇਹਨਾਂ ਨੂੰ ਜ਼ਾਤੀ ਜ਼ਿੰਦਗੀ ਤੋਂ ਉੱਪਰ ਉੱਠ ਕੇ ਰਾਜਨੀਤਿਕ ਪੱਧਰ ਦੇ ਉੱਤੇ ਸਵਾਲ ਖੜੇ ਕਰਨੇ ਚਾਹੀਦੇ ਨੇ, ਔਰ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ, ਲੋਕਾਂ ਦੇ ਸੁੱਖ ਦੁੱਖ ਦੇ ਨਾਲ ਜਿਹੜੇ ਜੁੜੇ ਹੋਏ ਸਵਾਲ ਹੈ ਉਹ ਖੜੇ ਕਰਨੇ ਚਾਹੀਦੇ ਨੇ। ਤੇ ਰਹੀ ਗੱਲ, ਜਿਹੜਾ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਕਿ ਵੀ ਇਹ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ, ਤਾਂ ਇਹ ਗੱਲ ਉਹਨਾਂ ਨੇ ਕਿਤੇ ਗਲਤ ਨਹੀਂ ਕਹੀ। ਕਿਉਂਕਿ ਅੱਜ ਇੱਕ ਮੁੱਦੇ ਦੇ ਉੱਤੇ ਸਾਰੇ ਇਕੱਠੇ ਹੋ ਗਏ, ਤੇ ਇਹਦਾ ਮਤਲਬ ਅਗਰ ਸਾਰਿਆਂ ਦੀ ਵਿਚਾਰਧਾਰਾ ਇੱਕ ਹੈ ਤਾਂ ਫਿਰ ਤਾਂ ਕੋਈ ਵਖਰੇਵੇਂ ਨਹੀਂ ਹੋਣੇ ਚਾਹੀਦੇ। ਫਿਰ ਤਾਂ ਬਹੁਤ ਵਧੀਆ ਗੱਲ ਹੈ ਕਿ ਜਨਤਾ ਦੇ ਲਈ ਸਾਰੇ ਮਿਲ ਬੈਠ ਕੇ ਇੱਕ ਪਲੇਟਫਾਰਮ ਦੇ ਉੱਤੇ ਕੰਮ ਕਰੋ ਤੇ ਜਨਤਾ ਦੀਆਂ ਜਿਹੜੀਆਂ ਤਕਲੀਫਾਂ ਉਹਨਾਂ ਨੂੰ ਦੂਰ ਕਰੋ। ਤੇ ਇਸ ਲਈ ਜ਼ੁਬਾਨੀ ਜੰਗ ਤੋਂ ਉੱਠ ਕੇ ਔਰ ਅੰਦਰੂਨੀ ਜਿਹੜੇ ਹੈ ਮਨ ਦੇ ਵਿੱਚ ਮੈਲ ਰੱਖ ਕੇ ਉਸ ਨੂੰ ਛੱਡ ਕੇ ਜਨਤਾ ਦੇ ਭਲੇ ਦੇ ਲਈ ਕੰਮ ਕਰਨਾ ਚਾਹੀਦਾ ਹੈ, ਔਰ ਕਿਸੇ ਦੀ ਵੀ ਜ਼ਿੰਦਗੀ, ਜ਼ਾਤੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਐਸਾ ਮੇਰਾ ਕਹਿਣਾ ਹੈ। ਜੀ ਬਿਲਕੁਲ ਜੀ। ਸੁਰਿੰਦਰ ਮਿੱਤਲ ਸਾਹਿਬ ਕੋਲ ਚੱਲਾਂਗਾ ਮੈਂ। ਮਿੱਤਲ ਸਾਹਿਬ ਜੀ, ਜੋ ਮਹਿੰਦਰੂ ਜੀ ਨੇ ਗੱਲ ਕਹੀ ਹੈ ਇਹਦੇ ਉੱਤੇ ਵੀ ਤੁਸੀਂ ਟਿੱਪਣੀ ਕਰੋਗੇ, ਪਰ ਇੱਕ ਮੈਂ ਚੀਜ਼ ਨਾਲ ਹੋਰ ਜੋੜਦੇ ਹਾਂ, VVIP ਕਲਚਰ ਜਿਹੜਾ ਇਹ ਬੜਾ ਜਿਹੜਾ ਸੁਰਖੀਆਂ 'ਚ ਰਹਿੰਦਾ।
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਣੀ ਇਹ ਨਾਂ ਲੈ ਕੇ ਸੀ ਕਿ ਅਸੀਂ VVIP ਕਲਚਰ ਜਿਹੜਾ ਅਖਤਿਆਰ ਨਹੀਂ ਕਰਾਂਗੇ। ਹੁਣ ਜਦੋਂ ਕਿ ਚੰਨੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੇ ਆਪਸ ਵਿੱਚ ਫਸੇ ਹੋਏ ਨੇ ਸਿੰਘ, ਤੇ ਉਸ ਮੌਕੇ ਤੇ ਸਾਬਕਾ CM ਚੰਨੀ ਦੇ ਭਾਣਜੇ ਹਨੀ ਉਹਦੀ ਸਿਕਿਉਰਿਟੀ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਵਿਜੀਲੈਂਸ ਦੀ ਜਿਹੜੀ ਰਿਪੋਰਟ ਆ ਉਹ ਮੰਗੀ ਜਾਈ ਆ। ਵਿਜੀਲੈਂਸ ਨੇ ਕਿਹਾ ਵੀ ਦੱਸੋ ਕਿਹਦੇ ਕਹਿਣ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਉਹਨੂੰ 2 ਸਕਾਟਾਂ ਮਿਲੀਆਂ ਸੀ, 22 ਕਮਾਂਡੋ ਮਿਲੇ ਹੋਏ ਸੀ ਹਨੀ ਨੂੰ, ਭਾਣਜੇ ਨੂੰ ਉਹਨਾਂ ਦੇ ਨੂੰ। ਇਹਦੀ ਜਾਂਚ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਸ਼ੁਰੂ ਹੁੰਦੀ ਜਾਪ ਰਹੀ ਹੈ। ਤੇ ਕਿਹੜੇ ਪਾਸੇ ਨੂੰ ਗੱਲ ਜਾਂਦੀ? ਦੇਖੋ, ਪਹਿਲਾਂ ਤਾਂ ਸਭ ਤੋਂ ਜਿਹੜੀ ਮੰਦਭਾਗੀ ਘਟਨਾ ਹੈ ਉਹ ਬਹੁਤ ਹੀ ਦੁਖਦਾਈ, ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਜੋ ਕੁਛ ਉਦਣ ਸਰਦਾਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਦੇ ਸਟੇਜ ਤੋਂ ਸ਼ਬਦ ਵਰਤੇ ਗਏ, ਜਿਸ ਤਰ੍ਹਾਂ ਮਿੰਦੂ ਜੀ ਨੇ ਕਿਹਾ, ਮੈਂ ਬਿਲਕੁਲ ਮੁਤਫਿਕ ਹਾਂ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਏਦਾਂ ਦੇ ਸਟੇਟ ਲੀਡਰ ਜਿਨ੍ਹਾਂ ਨੂੰ ਲੋਕ ਦੇਖਦੇ ਨੇ, ਜਿਨ੍ਹਾਂ ਦੇ ਮਗਰ ਲੋਕ ਚੱਲਣਾ ਚਾਹੁੰਦੇ ਨੇ, ਔਰ ਉੱਥੇ ਦੇਖੋ ਸਟੇਜ ਤੇ ਟਿੱਪਣੀ ਹੋ ਰਹੀ ਸੀ ਔਰ ਜਿੰਨੇ ਵੀ ਲੀਡਰ ਬੈਠੇ ਸੀ ਉਹ ਦੰਦੀਆਂ ਕੱਢ ਰਹੇ ਸੀ। ਸ਼ਰਮ ਆਣੀ ਚਾਹੀਦੀ ਇਹਨਾਂ ਨੂੰ। ਉਹਨਾਂ ਨੇ ਫਿਰ ਹੁਣ ਦੇਖੋ ਭਗਵੰਤ ਮਾਨ ਨੇ ਕੀ ਜਵਾਬ ਦਿੱਤਾ, ਇਹਨਾਂ ਨੇ ਸਵਾਦ ਲੈ ਲਿਆ ਨਾ। ਨਵਜੋਤ ਸਿੰਘ ਸਿੱਧੂ ਉਹ ਕਹਿੰਦੇ ਤੇਰੇ ਡੈਡੀ ਨੇ 2 ਵਿਆਹ ਕੀਤੇ, ਤੂੰ ਦੂਜੀ ਮੰਮੀ ਦੀ ਕਰਕੇ ਪੈਦਾ ਹੋਏ ਨੇ, ਤੂੰ ਆਣਾ ਨਹੀਂ ਸੀ। ਸਾਹਿਬ ਦਰਦ ਬਾਰੇ ਉਹਨਾਂ ਨੇ ਕੀ ਜਵਾਬ ਦਿੱਤਾ ਕਿ ਤੁਹਾਡੇ ਪਿਤਾ ਨੇ 2 ਵਿਆਹ ਕਰਾਏ ਸੀ। ਅਰੇ ਯਾਰ, ਨਿੱਜੀ ਜ਼ਿੰਦਗੀ ਕਿਸੇ ਦੀ, ਕਿਸੇ ਲਾਈਫ 'ਚ ਕਿਸੇ ਸਟੇਜ ਤੇ ਵੀ ਕੋਈ ਪ੍ਰੋਬਲਮ ਆ ਸਕਦੀ ਹੈ। ਇਹ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ। ਇਹਨੇ ਜਿੰਨੀ ਵੀ ਨਿੰਦਾ ਕਰਾਂਗੇ ਉਨੀ ਘੱਟ ਆ। ਤੁਸੀਂ ਪੰਜਾਬ ਦੀ ਪੋਲਿਟਿਕਸ ਕਰੋ, ਤੁਸੀਂ ਸਟੇਟ ਪੋਲਿਟਿਕਸ ਕਰੋ, ਤੁਸੀਂ ਰਾਜਨੀਤਿਕ ਮੁੱਦੇ ਚੱਕੋ, ਲੋਕਾਂ ਦੇ ਮੁੱਦੇ ਚੱਕੋ ਜਿਹੜੇ ਚੁੱਕਣੇ ਚਾਹੀਦੇ ਆ। ਜੇ ਹਮਦਰਦੀ ਖਿਲਾਫ ਚਲੋ ਜੰਗੇ ਆਜ਼ਾਦੀ ਦੀ ਇੱਕ ਵਿਜੀਲੈਂਸ ਇਨਕੁਆਇਰੀ ਸ਼ੁਰੂ ਹੋਈ ਹੈ, ਮੈਂ ਨਹੀਂ ਕਹਿੰਦਾ ਹਮਦਰਦ ਜੀ ਦੋਸ਼ੀ ਨੇ ਨਿਰਦੋਸ਼ ਨੇ, ਇਹ ਜਾਂਚ ਦਾ ਵਿਸ਼ੇ ਹੈ। ਜੇ ਹਮਦਰਦ ਸਾਹਿਬ ਨਿਰਦੋਸ਼ ਹੈ ਤੇ ਇੰਨੀ ਚਿੰਤਾ ਕਰਦੀ ਉਹਨਾਂ ਨੂੰ ਕਿ ਸਾਰੀ ਪੋਲੀਟੀਕਲ ਪਾਰਟੀਆਂ ਇਕੱਠੀਆਂ ਕਰ ਲਈਆਂ, ਉੱਥੇ ਲੀਡਰ ਇਕੱਠੇ ਕਰਕੇ ਆਪਣਾ ਕੀ ਜਿਤਾਉਣਾ ਚਾਹੁੰਦੇ ਹੋ ਕਿ ਇਨਕੁਆਇਰੀ ਨਾ ਕਰੋ। ਅਰੇ ਭਾਈ ਕਿਉਂ? ਤੁਸੀਂ ਨਿਰਦੋਸ਼ ਹੋ, ਪਾਕ ਸਾਹਿਬ ਹੋ, ਤੁਸੀਂ ਤਾਂ ਖੁੱਲ ਕੇ ਕਹੋ ਆਓ ਜਿਹਨੇ ਇਨਕੁਆਇਰੀ ਕਰਨੀ ਕਰੋ। ਤੁਹਾਨੂੰ ਸਰਕਾਰ ਨੇ, ਅਕਾਲੀ ਸਰਕਾਰ ਨੇ ਜੋ ਉਹਦੀ ਕੋਈ ਜ਼ਿੰਮੇਵਾਰੀ ਦਿੱਤੀ ਸੀ, ਤੁਹਾਨੂੰ ਯਕੀਨ ਹੈ ਕਿ ਜੋ ਕੁਝ ਹੋਇਆ ਉੱਥੇ ਬਿਲਕੁਲ ਇਮਾਨਦਾਰੀ ਨਾਲ ਹੋਇਆ, ਤਾਂ ਫਿਰ ਤਾਂ ਡਰ ਹੋਣਾ ਨਹੀਂ ਚਾਹੀਦਾ। ਔਰ ਜੋ ਉੱਥੇ ਬੁਲਾ ਕੇ ਨੌਟੰਕੀ ਕੀਤੀ ਗਈ ਉਹ ਬਹੁਤ ਮਾੜੀ ਹੋਈ। ਦੇਖੋ, ਇੱਕ ਜੋਕਰ ਹੈ ਨਾ ਜਿਹੜਾ, ਉਹ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਆਪਣਾ ਮਜ਼ਾਕ ਬਣਾ ਕੇ ਲੋਕਾਂ ਨੂੰ ਹਸਾਨਾ। ਇਹ ਤਾਂ ਸਾਡੇ ਦੂਜੇ ਜਿਹੜੇ ਲੀਡਰ ਨੇ ਉਹਨਾਂ ਦਾ ਮਜ਼ਾਕ ਖੁਦ ਆਪਣਾ ਮਜ਼ਾਕ ਬਣਾਉਂਦੇ ਨੇ। ਇਹ ਬੜੀ ਮਾੜੀ ਗੱਲ ਹੈ, ਮੈਂ ਨਿੰਦਿਆ ਕਰਦਾ ਬਹੁਤ ਜ਼ਿਆਦਾ। ਦੂਜੀ ਗੱਲ ਕੀਤੀ ਤੁਸੀਂ ਹਨੀ ਦੀ, ਚੰਨੀ ਦੇ ਭਾਂਜੇ ਦੀ, ਇੱਥੋਂ ਪਤਾ ਲੱਗਦਾ ਕਿ ਜਿਹੜੇ ਆਰੋਪ ਲਗਾਏ ਜਾਂਦੇ ਨੇ ਕਿ ਚੰਨੀ ਜੀ ਮੁੱਖ ਮੰਤਰੀ ਰਹਿੰਦੇ ਹੋਏ ਆਪਣੇ ਭਤੀਜੇ ਜਾਂ ਭਾਂਜੇ ਦੇ ਥਰੂ ਕੋਈ ਸੈਟਿੰਗ ਕਰਦੇ ਸੀ। ਲੱਗਦਾ ਕਿ ਸ਼ਾਇਦ ਉਹ ਜੋ ਇੱਕ ਸੱਚਾਈ ਹੋਵੇ, ਕਿਉਂਕਿ ਇੱਕ ਸਟੇਟਸ ਸਿੰਬਲ ਹੈ, ਸਕਾਟ ਗੱਡੀਆਂ ਦਈਆਂ ਜਾਣੀਆਂ, 22 ਕਮਾਂਡੋ ਦਿੱਤੇ ਜਾਣੇ, ਉਹ ਐਡਾ ਕਿੰਨਾ ਖਤਰਾ ਉਹਨੂੰ ਯਾਰ। ਦੇਖੋ, ਮੈਂ ਸ਼ੁਰੂ ਤੋਂ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕਦਾ, ਮੀਡੀਆ 'ਚ ਦੱਬ ਕੇ ਬੋਲਦਾ। ਮੈਨੂੰ ਕਈਆਂ ਨੇ ਕਿਹਾ, ਮੈਨੂੰ ਇੱਕ ਵਾਰੀ IB ਰਿਪੋਰਟ ਵੀ ਆਈ, ਉਹਨਾਂ ਨੇ ਕਿਹਾ ਤੁਹਾਨੂੰ ਸਿਕਿਉਰਿਟੀ, ਮੈਂ ਕਿਹਾ ਮੈਨੂੰ ਨਹੀਂ ਚਾਹੀਦੀ। ਅਰੇ ਕੀ ਕਰਨੀ ਸਿਕਿਉਰਿਟੀ ਭਾਈ, ਕਿਸ ਤੋਂ ਡਰ ਲੱਗਦਾ? ਮੌਤ ਤੋਂ। ਮੌਤ ਤੱਕ ਦਿਨ ਆਣੀ ਹੈ, ਆ ਬੈਠੇ ਦਾ ਨਹੀਂ ਪਤਾ ਮੇਰਾ ਅਗਲਾ ਬੋਲ ਬੂਲ ਚੋਂ ਨਿਕਲਣਾ ਕਿ ਨਿਕਲਣਾ। ਇਹ ਕੜਵੀ ਸੱਚਾਈ ਹੈ ਜ਼ਿੰਦਗੀ ਦੀ। ਤੇ ਸਟੇਟਸ ਸਿੰਬਲ ਲੈਣ ਲਈ 22 ਕਮਾਂਡੋ ਲੈ ਕੇ ਚੱਲਣਾ, ਉਹ ਕਿਉਂ? ਤਾਂ ਕਿ ਲੋਕਾਂ ਦੱਸਿਆ ਜਾਵੇ ਕਿ ਮੈਂ ਬਹੁਤ ਪਾਵਰਫੁਲ ਹਾਂ, ਲਿਆਓ ਤੁਹਾਡਾ ਕੀ ਕੰਮ ਹੈ ਮੈਂ ਕਰਾ ਦਿੰਦਾ। ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ। ਜੀ ਕਮਰ ਮੰਜ਼ਲ ਜੀ, ਡਾਕਟਰ ਬਰਜਿੰਦਰ ਸਿੰਘ ਹਮਦਰਦ ਹੋਣਾ ਵੱਲੋਂ ਜਿਹੜੀ ਕਾਲ ਕੀਤੀ ਸੀ, ਸਾਰੀਆਂ ਸਿਆਸੀ ਪਾਰਟੀਆਂ ਪਹੁੰਚੀਆਂ ਸੀ। ਜੋ ਕੁਝ ਉੱਥੇ ਇਲਜ਼ਾਮ ਤਰਾਸ਼ੀ ਕੀਤੀ ਸੀ ਉਹ ਦੂਜੇ ਬੁਲਾਰੇ ਦੋਨੇ ਜਿਹੜੇ ਆ ਉਹ ਦੱਸ ਚੁੱਕੇ ਨੇ ਉਹਦੇ ਬਾਰੇ। ਕਹਿੰਦੇ ਸੀ ਉੱਥੇ ਜਿਹੜੀਆਂ ਪਾਰਟੀਆਂ ਗਈਆਂ ਨੇ ਉਹਨਾਂ ਨੂੰ ਥੋੜੀ ਜਿਹੀ ਸ਼ਰਮ ਕਹਿੰਦੇ ਆਉਣੀ ਚਾਹੀਦੀ ਸੀ। ਤੁਹਾਡੀ BJP ਦੀ ਵੀ ਲੀਡਰਸ਼ਿਪ ਉੱਥੇ ਪਹੁੰਚੀ ਸੀ, ਕਿਵੇਂ ਦੇਖਦੇ ਹੋ? ਹਰ ਪਿੰਡ 'ਚ ਨਾ 1-2 ਕਪੱਤੀਆਂ ਜਨਾਨੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕੰਮ ਹੁੰਦਾ ਮਿਹਣੋ ਕਮੀਣੀ ਹੋਣਾ, ਇੱਕ ਦੂਜੇ ਨੂੰ ਤਾਨੇ ਮਾਰਨੇ। ਮੈਨੂੰ ਇੰਜ ਲੱਗਦਾ ਕਿ ਪੰਜਾਬ ਦੇ ਵਿੱਚ ਨਾ ਲੀਡਰਸ਼ਿਪ ਕਿਤੇ ਲੁਪਤ ਹੋ ਗਈ ਆ, ਗਾਇਬ ਹੋ ਗਈ ਆ। ਇਹ ਕਪੱਤੀਆਂ ਜਨਾਨੀਆਂ ਦੇ ਰੂਪ 'ਚ ਆ ਚੁੱਕੇ ਨੇ। ਇੱਕ ਦੂਜੇ ਨੂੰ ਮਿਹਣੇ ਕਮੇਣੇ, ਤਾਨੇ, ਨਿੱਜੀ ਟਿੱਪਣੀਆਂ, ਇਹਨਾਂ ਚੀਜ਼ਾਂ 'ਚ ਇਹ ਉਲਝ ਕੇ ਰਹਿ ਗਏ ਨੇ। ਪੰਜਾਬ ਦੀ ਗੱਲ, ਪੰਜਾਬ ਦੀ ਜਨਤਾ ਦੀ ਗੱਲ, ਪੰਜਾਬ ਦੇ ਮਸਲਿਆਂ ਦੀ ਗੱਲ, ਉਹ ਮੈਨੂੰ ਲੱਗਦਾ ਇਹਨਾਂ ਨੇ ਛਿੱਕੇ ਟੰਗ ਦਿੱਤੀਆਂ ਨੇ। ਇਹ ਉੱਠਦਾ ਕਹਿੰਦਾ ਵੀ ਇਹਨੇ ਵਿਆਹ ਕਰਾਉਣ ਤੋਂ ਸਿਵਾਏ ਕੋਈ ਬਦਲਾਵ ਨਹੀਂ ਹੁੰਦਾ, ਜਨਾਨੀ ਬਦਲੀ ਆ। ਅੱਛਾ, ਮੈਂ ਕਹਿੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ, ਤੁਸੀਂ ਥੋੜਾ ਡੈਕੋਰਮ ਕਾਇਮ ਕਰਕੇ ਰੱਖੋ ਵੀ ਉਹ ਤੇ ਮੂਰਖ ਹੋ ਗਏ ਨੇ, ਉਹਨਾਂ ਨੂੰ ਹਾਰ ਜਿਹੜੀ ਆ ਪਾਗਲ ਕਰ ਗਈ ਆ। ਤੁਸੀਂ ਤੇ ਜੱਪਿਓ ਸਰਕਾਰ ਜਾ ਕੇ, ਤੁਸੀਂ ਉਹਦਾ ਜਵਾਬ ਦੇਣਾ ਬੜਾ ਜ਼ਰੂਰੀ ਸਮਝਿਆ। ਕਹਿੰਦੇ ਵੀ ਇਹਦਾ ਪਿਓ ਦੂਜਾ ਵਿਆਹ ਨਾ ਕਰਾਉਂਦਾ ਤੇ ਜੰਮਦਾ ਹੀ ਨਹੀਂ ਸੀ। ਉਹ ਰੱਬ ਦਾ ਵਾਸਤਾ, ਪੰਜਾਬ ਦੀ ਗੱਲ ਕਿਦੋਂ ਕਰਨੀ ਤੁਸੀਂ? ਇਹਨਾਂ ਚੀਜ਼ਾਂ 'ਚ ਉਲਝ ਕੇ ਰਹਿ ਜਾਣਾ ਆਪਾਂ ਵੀ ਉਹਦਾ ਪਿਓ ਨਾਲ ਵਿਆਹ ਕਰਾਉਂਦਾ। ਯਾਰ ਇਹ ਨਿੱਜੀ ਟਿੱਪਣੀਆਂ ਨੇ। ਵੇਖੋ, ਮੈਂ ਇਹ ਬੇਨਤੀ ਕਰਨੀ ਚਾਹਾਂਗਾ ਕਿ ਪੰਜਾਬ ਦੀ ਜਨਤਾ ਇਹਨਾਂ ਚੀਜ਼ਾਂ ਦਾ ਲੇਖਾ ਜੋਖਾ ਜ਼ਰੂਰ ਕਰੇ।
ਇਹ ਜਿਹੜੇ ਲੋਕ ਅੱਜ ਸਾਡੀ ਗੱਲ ਜਾਂ ਸਾਡੇ ਪੰਜਾਬ ਦੀ ਗੱਲ ਨਹੀਂ ਕਰ ਰਹੇ, ਇਹਨਾਂ ਲੋਕਾਂ ਨੂੰ ਕੋਈ ਹੱਕ ਨਹੀਂ ਕਿ ਦੁਬਾਰਾ ਕਦੇ ਸੱਤਾ 'ਚ ਆਉਣ ਦੀ ਤਿਆਰੀ 'ਚ ਰਹਿਣ। ਪੰਜਾਬ ਦੀ ਜਨਤਾ ਇਹਨਾਂ ਦਾ ਲੇਖਾ ਜੋਖਾ ਬਣਾਵੇ ਤੇ ਇਹਨਾਂ ਦਾ ਬਣਦਾ ਮਾਨ ਸਨਮਾਨ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ 'ਚ ਦੇ ਕੇ ਤੋਰੇ। ਇਹ ਲੋਕ ਸਿਰਫ ਨਿੱਜੀ ਲੜਾਈ ਲੜ ਰਹੇ ਨੇ, ਕੁਰਸੀ ਦੀ ਲੜਾਈ ਲੜ ਰਹੇ ਨੇ, ਪੰਜਾਬ ਦੀ ਗੱਲ ਕੋਈ ਕਰਨੀ ਹੀ ਨਹੀਂ ਚਾਹੁੰਦਾ। ਇਹ ਬੜੀ ਸ਼ਰਮਿੰਦਗੀ ਦੀ ਔਰ ਸ਼ੇਮਫੁਲ ਗੱਲ ਹੈ, ਬਹੁਤ ਨਿੰਦਣਯੋਗ ਗੱਲ ਹੈ, ਸਾਰਿਆਂ ਦੀ ਨਿੰਦਣਯੋਗ ਗੱਲ ਹੈ। ਜਿਹੜੇ ਵੀ ਇਹਦੀ ਨਿੱਜੀ ਟਿੱਪਣੀਆਂ 'ਚ ਉਲਝੇ ਹੋਏ ਨੇ, ਚਾਹੇ ਉਹ ਬਿਕਰਮ ਮਜੀਠੀਆ ਜੀ ਨੇ, ਚਾਹੇ ਉਹ ਪ੍ਰਤਾਪ ਬਾਜਵਾ, ਚਾਹੇ ਉਹ ਸਿੱਧੂ ਤੇ ਚਾਹੇ ਉਹ ਮੁੱਖ ਮੰਤਰੀ ਸਾਹਿਬ ਹੀ ਨੇ ਆਪਣੇ, ਇਹ ਸਾਰੇ ਮੈਂ ਕਹਿੰਦਾ ਵੀ ਇੱਕ ਲੈਵਲ ਤੋਂ ਥੱਲੇ ਡਿੱਗ ਕੇ ਰਾਜਨੀਤੀ ਕਰ ਰਹੇ ਨੇ। ਇਹ ਰਾਜਨੀਤੀ ਦਾ ਸਤਰ ਨਹੀਂ ਹੋਣਾ ਚਾਹੀਦਾ। ਮਹਿੰਦਰ ਜੀ ਗੱਲ ਆ ਗਈ ਹੈ ਹੁਣ ਪਹਿਲਵਾਨਾਂ ਦੀ। ਪਹਿਲਵਾਨਾਂ ਨੇ ਬੜੇ ਦਿਨਾਂ ਤੋਂ ਮੋਰਚਾ ਲੱਗਾ, ਬੜੀਆਂ ਉਹਨਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਜੀ, ਫਿਰ ਤਮਗੇ ਵਾਪਸ ਹੁੰਦੇ ਰਹੇ ਨੇ। ਇਲਜ਼ਾਮ ਹੁਣ ਤੱਕ ਇਹ ਸੀ ਕਿ ਨਾਬਾਲਗ ਕੋਈ ਪਹਿਲਵਾਨ ਸੀ, ਉਹਨੇ ਯੌਨ ਸ਼ੋਸ਼ਣ ਦੇ ਕਹਿੰਦੇ ਜੀ ਬ੍ਰਿਜ ਭੂਸ਼ਣ ਸਿੰਘ ਤੇ ਲਾਏ ਹੋਏ ਸੀ ਇਲਜ਼ਾਮ। ਪਰ ਗੱਲ ਮੁੜ ਕਿੜ ਕੇ ਹੁਣ ਉੱਥੇ ਆ ਗਈ ਹੈ, ਉਹਦੇ 'ਚ ਨਵਾਂ ਮੋੜ ਆ ਗਿਆ ਉਸ ਅੰਦੋਲਨ ਦੇ ਵਿੱਚ। ਇੱਕ ਪਾਸੇ ਸੁਪਰੀਮ ਕੋਰਟ ਨੂੰ ਸਬੂਤ ਸੌਂਪੇ ਜਾ ਰਹੇ ਆ, ਦੂਜੇ ਪਾਸੇ ਉਹ ਜਿਹੜੀ ਨਾਬਾਲਗ ਪਹਿਲਵਾਨ ਹੈ ਉਹਦੇ ਪਿਤਾ ਦਾ ਬਿਆਨ ਆ ਗਿਆ। ਉਹ ਕਹਿੰਦੇ ਮੇਰੀ ਬੇਟੀ ਨੇ ਬ੍ਰਿਜ ਭੂਸ਼ਣ ਦੇ ਉੱਤੇ ਯੌਨ ਉਤਪੀੜਨ ਦੇ ਇਲਜ਼ਾਮ ਨਹੀਂ ਸੀ ਲਗਾਏ, ਬੇਟੀ ਨੇ ਭੇਦਭਾਵ ਦੇ ਸਿਰ 'ਤੇ ਇਲਜ਼ਾਮ ਲਗਾਏ ਸੀਗੇ। ਕਿਵੇਂ ਦੇਖਦੇ ਹੋ ਇਸ ਮੋੜ ਨੂੰ? ਸੰਧੂ ਸਾਹਿਬ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਪਿਛਲੀ ਇੱਕ ਦਿਨ ਚਰਚਾ ਦੇ ਵਿੱਚ ਜਿਸ ਦਿਨ ਨਵੇਂ ਸੰਸਦ ਭਵਨ ਦਾ ਉਦਘਾਟਨ ਹੋਣਾ ਸੀ, ਪਹਿਲਵਾਨਾਂ ਦੀ ਝੜਪ ਜਿਹੜੀ ਹੈ ਉਹ ਪੁਲਿਸ ਦੇ ਨਾਲ ਰਸਤੇ ਦੇ ਵਿੱਚ ਹੋਈ ਸੀ। ਜਦੋਂ ਇਹ ਉੱਥੇ ਵਿਦਰੋਹ ਕਰਨ ਦੇ ਲਈ ਜਾ ਰਹੇ ਸੀ ਤਾਂ ਉਸ ਦਿਨ ਵੀ ਆਪਣੀ ਚਰਚਾ ਦੇ ਉੱਤੇ ਗੱਲ ਹੋਈ ਸੀ। ਤਾਂ ਮੈਂ ਇਹ ਗੱਲ ਕਹੀ ਸੀ ਕਿ ਅਗਰ ਬ੍ਰਿਜ ਭੂਸ਼ਣ ਦੇ ਖਿਲਾਫ ਇੰਨੇ ਗੰਭੀਰ ਆਰੋਪ ਜਿਹੜੇ ਲਗਾਏ ਗਏ ਨੇ, ਅਗਰ ਉਹਨਾਂ ਦੇ ਵਿੱਚ ਸੱਚਾਈ ਹੁੰਦੀ ਤਾਂ ਜਾਂਚ ਤੋਂ ਬਾਅਦ ਹੁਣ ਤੱਕ ਪਰਚਾ ਦਰਜ ਹੋ ਗਿਆ ਹੁੰਦਾ। ਲੇਕਿਨ ਫਿਰ ਵੀ ਚਾਰੋਂ ਪਾਸਿਓਂ ਕੁਝ ਪੋਲੀਟੀਕਲ ਵਿਰੋਧੀ ਪਰਚਾ ਦਰਜ ਹੋ ਚੁੱਕਾ ਜੀ, ਤੇ ਉਹ ਪ੍ਰੈਸ਼ਰ ਜਿਹੜਾ ਆ FIR ਤੱਕ ਲੈ ਗਿਆ। FIR ਤਾਂ ਹੋ ਗਈ, ਹੁਣ ਜਦੋਂ ਕੋਰਟ ਦੇ ਵਿੱਚ ਸਬੂਤਾਂ ਦੀ ਵਾਰੀ ਆਈ ਤਾਂ ਹੁਣ ਇਹ ਆਪਣੇ ਬਿਆਨਾਂ ਤੋਂ ਮੁੱਕਰਦੇ ਨਜ਼ਰ ਆ ਰਹੇ ਨੇ। ਹੁਣ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਸਿਰਫ ਭੇਦਭਾਵ ਦਾ ਆਰੋਪ ਲਗਾਇਆ ਸੀ, ਅਸੀਂ ਕਿਤੇ ਵੀ ਇਹ ਨਹੀਂ ਸੀ ਕਿਹਾ ਕਿ ਸਾਡੇ ਬੱਚੇ ਦੇ ਨਾਲ, ਸਾਡੀ ਬੱਚੀ ਦੇ ਨਾਲ ਜਿਹੜਾ ਆ ਨਾਬਾਲਿਗ ਬੱਚੀ ਦੇ ਨਾਲ ਯੌਨ ਸ਼ੋਸ਼ਣ ਹੋਇਆ। ਤਾਂ ਇਹ ਗੱਲ ਹੁਣ ਉਹ ਆਪਣਾ ਪੱਲਾ ਬਚਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਨੇ, ਕਿਉਂਕਿ ਆਖਿਰ ਅਦਾਲਤ ਦੇ ਵਿੱਚ ਸੱਚਾਈ ਦੀ ਜਿੱਤ ਹੋਣੀ ਹੈ। ਸੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਕੇ ਨਿਤਰਨਾ ਹੈ। ਤੇ ਲੇਕਿਨ ਗੱਲ ਇਹ ਹੈ ਕਿ ਜਿਹੜੀਆਂ ਝੂਠੀਆਂ ਗੱਲਾਂ ਤੁਸੀਂ ਮੀਡੀਆ ਰਾਹੀਂ ਲੋਕਾਂ ਤੱਕ ਤਾਂ ਲਿਆਤੀਆਂ, ਲੇਕਿਨ ਸਬੂਤਾਂ ਦੇ ਵਿੱਚ ਜਦੋਂ ਉਹ ਨਹੀਂ ਦੇ ਪਾਉਂਗੇ ਤਾਂ ਫਿਰ ਹੁਣ ਤੁਹਾਨੂੰ ਪਿੱਛੇ ਹਟਣਾ ਹੀ ਪਊਗਾ। ਜਾਂ ਫਿਰ ਦੇਖਦੇ ਆ ਕਾਨੂੰਨ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੀ ਗਲਤ ਬਿਆਨਬਾਜ਼ੀ ਕੀਤੀ ਆ ਜਾਂ ਕੀ ਸੱਚ ਨਿਕਲ ਕੇ ਆਂਦਾ ਸਾਹਮਣੇ, ਤਾਂ ਅਦਾਲਤ ਉਸ ਦੇ ਉੱਤੇ ਬਣਦੀ ਸਜ਼ਾ ਜਿਹਦੀ ਵੀ ਹੋਏਗੀ ਉਹ ਜ਼ਰੂਰ ਦੇਗੀ। ਅਸੀਂ ਐਸੀ ਉਮੀਦ ਕਰਦੇ ਹਾਂ ਜੀ। ਸੁਰਿੰਦਰ ਮਿੱਤਲ ਜੀ, ਗੱਲ ਦੇਸ਼ ਦੀ ਕਰੀਏ ਤਾਂ ਇੱਕ ਐਨਾਲਾਈਜ਼ ਆਇਆ ਅਖਬਾਰ ਦੇ ਵਿੱਚ ਕਿ ਹਰ ਪੰਜਵਾਂ ਜਿਹੜਾ ਲਗਜ਼ਰੀ ਮਕਾਨ ਹੈ ਨਾ, ਉਹ ਹੁਣ ਜਿਹੜੇ ਪ੍ਰਵਾਸੀ ਭਾਰਤੀ ਹੈ ਉਹਨੇ ਖਰੀਦਿਆ ਹੋਇਆ। ਹਾਊਸਿੰਗ ਸੈਕਟਰ ਵਿੱਚ NRI ਦੀ ਜਿਹੜੀ ਹਿੱਸੇਦਾਰੀ ਹੈ ਨਾ, ਪਿਛਲੇ 3 ਸਾਲਾਂ ਦੌਰਾਨ ਸਿਰਫ 3 ਸਾਲਾਂ 'ਚ ਵੱਧ ਕੇ ਦੁੱਗਣੀ ਹੋ ਗਈ। ਜੇ ਪਹਿਲਾਂ NRI ਦੇ 100 ਮਕਾਨ ਸੀ ਤੇ ਇਹਨਾਂ ਸਾਲਾਂ 'ਚ ਵੱਧ ਕੇ 200 ਹੋ ਗਏ। ਤੇ ਇਹਦੇ ਨਾਲ ਹੀ ਸੈਂਸੈਕਸ ਦਾ ਵੀ ਅੰਕੜਾ ਨਾਲ ਦੇ ਨਾਲ ਜੁੜਿਆ। ਵਿਆਜ ਦਰਾਂ 'ਚ ਹਾਲਾਂਕਿ ਰਿਜ਼ਰਵ ਬੈਂਕ ਨੇ ਜਿਉਂਦੀਆਂ ਤਿਉਂ ਰੱਖੀਆਂ ਨੇ, ਪਰ ਉਸ ਤੋਂ ਐਨ ਪਹਿਲਾਂ ਜਿਹੜਾ ਉਛਾਲ ਆਇਆ ਸੈਂਸੈਕਸ ਦੇ ਵਿੱਚ 350 ਅੰਕ ਚੜ ਗਿਆ। 6 ਮਹੀਨਿਆਂ ਬਾਅਦ ਫਿਰ ਤੋਂ 63,000 ਤੋਂ ਪਾਰ ਚਲਾ ਗਿਆ। ਇਹ ਦੋਨੇ ਜਿਹੜੀ ਹੈ ਦੇਸ਼ ਦੀ ਆਰਥਿਕਤਾ ਬਾਰੇ ਕੀ ਸੁਨੇਹਾ ਦਿੰਦੇ ਨੇ ਤੇ ਇਹਦੇ ਪੰਜਾਬ ਦਾ ਯੋਗਦਾਨ ਕਿੱਥੇ ਕਰਾਂਗੇ? ਸੰਧੂ ਸਾਹਿਬ, ਜਿਹੜਾ NRI ਆ ਨਾ, ਉਹਦਾ ਰੁਝਾਨ ਜਿਹੜਾ ਹਿੰਦੁਸਤਾਨ ਵੱਲ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਔਰ ਹਿੰਦੁਸਤਾਨ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਸ਼ਕਤੀ ਬਣਨ ਜਾ ਰਿਹਾ। ਹਿੰਦੁਸਤਾਨ ਵਰਲਡ ਦੇ ਵਿੱਚ ਸਭ ਤੋਂ ਗਰੋਇੰਗ ਕੰਟਰੀ ਬਣਨ ਜਾ ਰਿਹਾ ਵਾ। ਇਹ ਜਿਹੜੇ ਸਿੰਪਟਮ ਨੇ, ਇਹ ਚੀਜ਼ ਦਰਸਾਉਂਦੇ ਨੇ। ਕੱਲੇ DLF ਦੇ ਵਿੱਚ 2000 ਕਰੋੜ ਦੀ ਇਨਵੈਸਟਮੈਂਟ ਪਿਛਲੇ 3 ਸਾਲ ਦੇ ਵਿੱਚ ਆਈ ਆ ਔਰ ਇਹ ਮਤਲਬ ਕਿ ਰੀਅਲ ਸਟੇਟ ਵਾਸਤੇ ਜਿੱਥੇ ਰਾਮਬਾਣ ਦਾ ਕੰਮ ਕਰੂਗੀ, ਉੱਥੇ ਦੇਸ਼ ਦੀ ਤਰੱਕੀ ਵਾਸਤੇ ਵੀ ਬੜੇ ਅੱਛੇ ਸੰਕੇਤ ਨੇ ਅਗਰ ਸਾਡੇ NRI ਭਰਾ ਇਸ ਲੈਵਲ ਤੇ ਇਨਵੈਸਟਮੈਂਟ ਕਰਦੇ ਆ। ਦੂਸਰਾ ਪਹਿਲੂ ਇਹ ਵੀ ਆ ਕਿ ਉਹ ਫਿਊਚਰ ਦੇ ਵਿੱਚ ਇਹ ਸੋਚ ਕੇ ਚੱਲ ਰਹੇ ਨੇ ਵੀ ਸਾਡੀਆਂ ਕੰਟਰੀ ਦੇ ਵਿੱਚ ਰਿਸੈਸ਼ਨ ਆ ਜਾਵੇ ਜਾਂ ਕੋਈ ਡਾਊਨਫਾਲ ਆ ਜਾਵੇ ਤੇ ਅਸੀਂ ਹਿੰਦੁਸਤਾਨ ਦੇ ਵਿੱਚ ਜਾਂਦਿਆਂ ਨੂੰ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ,
ਸਾਡੇ ਘਰ-ਬਾਰ ਉੱਥੇ ਬਣੇ ਸਾਨੂੰ ਮਿਲਣ ਤੇ ਅਸੀਂ ਜਾਂਦਾ ਹੀ ਉੱਥੇ ਆਪਣਾ ਮਤਲਬ ਕਿ ਕਰ ਸਕੀਏ, ਬਦਲਾਵ ਕਰ ਸਕੀਏ, ਆਪਣੇ ਕੰਟਰੀ ਦਾ ਬਦਲਾਵ ਕਰ ਸਕੀਏ। ਔਰ ਇਹ ਦੇਸ਼ ਵਾਸਤੇ ਬੜੇ ਅੱਛੇ ਸੰਕੇਤ ਨੇ। ਦੇਸ਼ ਵਾਕਈ ਇਹਨਾਂ ਚੀਜ਼ਾਂ ਤੋਂ ਸਾਬਤ ਹੁੰਦਾ ਹੈ ਕਿ ਅਸੀਂ ਤਰੱਕੀ ਦੀ ਰਾਹ ਤੇ ਬੜੀ ਤੇਜ਼ੀ ਨਾਲ ਵਧ ਰਹੇ ਹਾਂ, ਔਰ ਇਹ ਸਾਡੇ ਵਾਸਤੇ, ਹਿੰਦੁਸਤਾਨੀਆਂ ਵਾਸਤੇ ਬੜੇ ਮਾਣ ਦੀ ਗੱਲ ਹੈ। ਪਰ ਦੁੱਖ ਦੀ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਇਸ ਸਾਰੇ ਐਪੀਸੋਡ ਦੇ ਵਿੱਚ ਪੰਜਾਬ ਪਛੜ ਰਿਹਾ, ਜਦ ਕਿ ਪੰਜਾਬ ਇਹਦੇ ਵਿੱਚ ਮੋਹਰੀ ਹੋਣਾ ਚਾਹੀਦਾ। NRI ਦੇ ਵਿੱਚ ਪੰਜਾਬੀਆਂ ਦੀ ਗਿਣਤੀ ਬੜੇ ਵੱਡੇ ਲੈਵਲ ਤੇ ਆ, ਪਰ ਪੰਜਾਬ ਕਿਤੇ ਨਾ ਕਿਤੇ ਮੈਨੂੰ ਇਹਨਾਂ ਚੀਜ਼ਾਂ 'ਚ ਪਛੜਦਾ ਨਜ਼ਰ ਆ ਰਿਹਾ। ਮੈਂ ਹੁਣੇ ਆਪਾਂ ਬੇਨਤੀ ਕਰਕੇ ਹਟਿਆ, ਪੰਜਾਬ ਨੂੰ ਮਿਹਣਿਆਂ ਕਮੇਣਿਆਂ ਤੋਂ ਵੇਲ ਨਹੀਂ ਹੈਗਾ ਤੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਕਦੋਂ ਆਪਣਾ ਫੋਕਸ ਸੈੱਟ ਕਰੂਗਾ। ਤੇ ਮੇਰੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਆ ਕਿ ਸਾਰੇ ਕੰਮ ਛੱਡ ਕੇ ਇਹਨਾਂ ਚੀਜ਼ਾਂ ਤੇ ਫੋਕਸ ਕਰੋ। ਜੇ ਵਿਦੇਸ਼ਾਂ 'ਚ ਇਨਵੈਸਟਮੈਂਟ ਆ ਰਹੀ ਆ ਤਾਂ ਉਹ ਬਰਾਬਰ ਪੰਜਾਬ 'ਚ ਵੀ ਹੋਣੀ ਚਾਹੀਦੀ ਹੈ। ਇਹ ਮੇਰਾ ਸੁਝਾਅ ਹੈ। ਸੁਰਿੰਦਰ ਮਿੱਤਲ ਸਾਹਿਬ, ਸਵਾਲ ਤਾਂ ਮੈਂ ਤੁਹਾਨੂੰ ਕੀਤਾ ਸੀ, ਖੈਰ ਚਲੋ ਮੰਜਲ ਸਾਹਿਬ ਨੇ ਆਪਣਾ ਜਿਹੜਾ ਪੱਖ ਰੱਖਿਆ। ਕੋਈ ਗੱਲ ਨਹੀਂ। ਕਿਹੜੇ ਕਾਰਨ ਲੱਗਦੇ ਨੇ ਜਿਹੜੇ ਕਿ ਇਸ ਉਛਾਲ ਦੇ ਪਿੱਛੇ ਨੇ? ਕੀ ਇਹਦੇ ਵਿੱਚ ਕੋਈ ਸਰਕਾਰ ਦੀਆਂ ਨੀਤੀਆਂ ਨੇ ਜਾਂ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਕੋਈ ਸਮੀਕਰਨ ਨੇ ਜਿਹੜੇ ਬਦਲ ਰਹੇ ਨੇ? ਕਿਵੇਂ ਦੇਖਦੇ ਹੋ? ਪਹਿਲਾਂ ਮਾਫੀ ਚਾਹਾਂਗਾ, 2 ਮਿੰਟ ਲਈ ਮੈਂ ਭਲਵਾਨਾਂ ਦੀ ਗੱਲ ਕਰਨੀ ਚਾਹੁੰਦਾ ਜਿਹੜੀ ਬਿੰਦੂ ਸਾਹਿਬ ਨੇ ਕੀਤੀ ਸੀ ਨਾ ਜੀ। ਉਹ 'ਚ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ FIR ਹੋਈ ਸੀ ਨਾ ਜੀ, ਉਹ ਕਿਸੇ ਵਿਪਕਸ਼ੀ ਪਾਰਟੀਆਂ ਕਿਸੇ ਹੋਰ ਦੇ ਜ਼ੋਰ ਤੇ ਨਹੀਂ ਹੋਈ ਸੀ। ਉਹ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ ਤੇ FIR ਦਰਜ ਹੋਈ ਸੀ। ਉਹ ਵੀ ਜਦੋਂ ਸੁਪਰੀਮ ਕੋਰਟ ਗਏ ਸੀ ਭਲਵਾਨ, ਕਿਉਂਕਿ ਇੱਕ ਜਜਮੈਂਟ ਹੈ ਲਲਿਤਾ ਕੁਮਾਰੀ, ਉਹਦੇ ਵਿੱਚ ਸੁਪਰੀਮ ਕੋਰਟ ਦੇ ਕਲੀਅਰ ਇੰਸਟਰਕਸ਼ਨਸ ਨੇ ਕਿ ਜਦੋਂ ਵੀ ਕੋਈ ਕੋਗਨੀਬਲ ਅਫੈਂਸ ਆਉਂਦਾ ਇਮੀਡੀਏਟਲੀ ਪੁਲਿਸ ਦੀ ਜ਼ਿੰਮੇਵਾਰੀ ਪਹਿਲਾਂ FIR ਦਰਜ ਕਰੇ। ਉਹ FIR ਦਰਜ ਨਹੀਂ ਹੋ ਰਹੀ ਸੀ, ਸੰਘਰਸ਼ ਚੱਲ ਰਿਹਾ ਸੀ ਕਈ ਮਹੀਨਿਆਂ ਤੋਂ। ਫਿਰ ਸੁਪਰੀਮ ਕੋਰਟ ਦੇ ਆਰਡਰ ਤੇ FIR ਦਰਜ ਹੋਈ ਸੀ। ਹਾਲੇ ਮਾਮਲਾ ਅਦਾਲਤ 'ਚ ਨਹੀਂ ਗਿਆ, ਚਲਾਨ ਨਹੀਂ ਗਿਆ, ਹਾਲੇ ਜਿਹੜੀ ਸਬੂਤਾਂ ਦੀ ਗੱਲ ਆਊਗੀ। ਜਿਹੜੀ ਗੱਲ ਆਈ ਕਿ ਉਹ ਜਿਹੜੀ ਨਾਬਾਲਗ ਲੜਕੀ ਦੇ ਪਿਤਾ ਦਾ ਬਿਆਨ, ਇਹ ਤੁਸੀਂ ਦੇਖਿਆ ਹੋਣਾ ਪਿਛਲੇ ਲਗਾਤਾਰ ਕੁਝ ਸਮੇਂ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਹੋ ਰਹੀ ਹੈ, ਫਿਰ ਰਾਗ ਠਾकुर जी खेल मंत्री में मीटिंग हो रही है, बार-बार आश्वासन देते जा रहे ने। हो सकता है कोई इन्हां दी अंदरगति कोई आपस च कॉम्प्रोमाइज हो गया होवे या कुछ कराता होवे उन्होंने। गल तां यही सी कि इन्हूं इन्ना डिले क्यों किया जा रहा सी। ਜਿਹੜੇ ਸਾਡੇ ਖਿਡਾਰੀ ਨੇ ਉਹਨਾਂ ਦੀ ਭਾਵਨਾਵਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਕੰਮ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ। ਇਹ ਬਹੁਤ ਵਧੀਆ ਗੱਲ ਹੋਈ ਹੈ। ਹੁਣ ਆ ਗਈ ਗੱਲ ਇਨਵੈਸਟਮੈਂਟ ਦੀ। ਜਿਹੜੀ ਇਨਵੈਸਟਮੈਂਟ ਦੀ ਗੱਲ ਕੀਤੀ ਹੈ, ਦੇਖੋ NRI ਪੰਜਾਬ ਦੇ ਵਿੱਚ ਪਹਿਲਾਂ ਇੰਨੀ ਕੁ ਇਨਵੈਸਟਮੈਂਟ ਕਰਦਾ ਸੀ ਔਰ ਪੰਜਾਬ 'ਚ ਪ੍ਰਾਪਰਟੀਆਂ ਦੇ ਰੇਟ ਕਈ ਗੁਣਾ 10-10 ਗੁਣਾ ਵੱਧ ਗਏ ਸੀ। ਲੇਕਿਨ ਪਿਛਲੇ 10 ਸਾਲਾਂ ਤੋਂ ਜਿਹੜੀ ਅਕਾਲੀ ਸਰਕਾਰ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਇੰਨਾ ਕੁ ਜ਼ੁਲਮ ਵੱਧ ਗਿਆ ਸੀ। ਲੋਕਾਂ ਦੇ ਨਜਾਇਜ਼ ਕਬਜ਼ੇ ਹੋਣ ਲੱਗੇ ਸੀ ਜ਼ਮੀਨਾਂ ਤੇ NRIਆਂ ਦੇ, ਔਰ ਉਹਨਾਂ ਨੂੰ ਕਬਜ਼ੇ ਛੁਡਾਉਣ 'ਚ ਮੁਸ਼ਕਲ ਆਉਂਦੀ ਸੀ। ਉਹਨਾਂ ਨੇ ਕੀ ਕੀਤਾ, ਜਦੋਂ ਇੱਥੇ ਕ੍ਰਾਈਮ ਵੱਧ ਗਿਆ, ਲੁੱਟਖੋਰੀ ਵੱਧ ਗਈ, ਗੁੰਡਾਗਰਦੀ ਵੱਧ ਗਈ, ਕਤਲੇਆਮ ਵੱਧ ਗਿਆ ਪਿਛਲੇ 10 ਸਾਲਾਂ 'ਚ, ਉਹਨਾਂ ਨੇ ਆਪਣੀ ਜਿੰਨੀ ਵੀ ਪ੍ਰਾਪਰਟੀ ਸੀ ਉਹ ਵੇਚ ਕੇ ਪੈਸਾ ਵਾਪਸ ਲਿਜਾਣਾ ਸ਼ੁਰੂ ਕਰਤਾ। ਉਹਨੇ ਕਿਹਾ ਪੰਜਾਬ 'ਚ ਇਨਵੈਸਟਮੈਂਟ ਹੀ ਨਹੀਂ ਕਰਨੀ। ਇੰਨਾ ਕਿ ਉਹਨਾਂ ਖੌਫ ਪੈਦਾ ਹੋ ਗਿਆ ਸੀ ਪੰਜਾਬ ਦੇ ਬਾਰੇ। ਜਿਹੜੀ ਗੱਲ ਹੁਣ ਹੋਈ ਹੈ ਕਿ ਗੁੜਗਾਉਂ ਸਾਈਡ ਜਾਂ NCR 'ਚ ਇਨਵੈਸਟਮੈਂਟ, ਨੋ ਡਾਊਟ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ ਔਰ ਇੱਕ ਪ੍ਰੋਫਿਟ ਟੇਕਿੰਗ ਕਹਿ ਸਕਦੇ ਆਪਾਂ। ਉਹਨੂੰ ਲੱਗਦਾ ਕਿ ਜੇ ਮੈਂ 2 ਕਰੋੜ ਦਾ ਫਲੈਟ ਲਿਆ, ਸ਼ਾਇਦ ਮੈਨੂੰ ਥੋੜੇ ਦਿਨ ਬਾਅਦ 1 ਕਰੋੜ 3 ਕਰੋੜ ਦਾ ਹੋ ਜਾਏਗਾ। ਦੂਸਰੀ ਗੱਲ, ਇੱਕ ਮੇਰਾ ਆਸਰਾ ਬਣ ਗਿਆ, मैं ना भी बेचूंगा, मेरी सिक्योरिटी है कि जे मान लो किसी भी फॉरेन कंट्री, यूरोप च, अमेरिका च, कैनेडा च जे अपना मंदी दी हालात आंदे ने या हालात खराब होंदे ने तां मैं अपने मुल्क वापस जाके बच सकदा। इत्थे गल होर जोड़नी चाहांगा, भगवंत मान जी ने जदों सौं चुकी सी, इन्हां ने गल की कही सी कि मैं जिन्ने भी साडे बच्चे बाहर जा रहे ने या लोग ने, कोशिश करांगा वापस लेके आंदी। मैं फिर अपील करूंगा भगवंत मान जी नूं, अपनी गल याद रखो और कोशिश करो कि इत्थे इन्नी इन्वेस्टमेंट NRIs करन, बच्चे बाहर ना जान, एम्प्लॉयमेंट मिले और जिहड़े बाहरले लोग ने वो भी इत्थे आके बसन, फिर हरियावल पंजाब बनूगा। जी जी ਇਹਦੇ ਚ ਇਹ ਜਿਹੜੀ ਗੱਲ ਆ ਰਹੀ ਹੈ ਜੀ NRI ਦੀ, ਇਹਦੇ ਵਿੱਚ ਕੁਝ ਕਾਰਨ ਦੱਸੇ ਗਏ ਨੇ। ਪਹਿਲਾਂ ਤਾਂ ਕਹਿੰਦੇ ਦੱਸਿਆ ਗਿਆ ਜਿਹੜਾ NRI ਦਾ ਵਿਸ਼ਵਾਸ ਦੇਸ਼ ਵਿੱਚ ਵੱਧ ਰਿਹਾ, ਇੱਕ ਤਾਂ ਰੇਰਾ ਜਿਹੜਾ ਕਾਨੂੰਨ ਹੈ ਪ੍ਰਾਪਰਟੀ ਨਾਲ ਸੰਬੰਧਿਤ, ਕਹਿੰਦੇ ਉਹਦੇ ਕਾਰਨ ਵੀ ਰੀਅਲ ਐਸਟੇਟ ਸੈਕਟਰ ਜਿਹੜਾ ਜ਼ਿਆਦਾ ਵਿਵਸਥਿਤ ਹੋ ਗਿਆ ਲੱਗਦਾ ਤੇ ਜ਼ਿਆਦਾ ਉਹ 'ਚ ਭਰੋਸਾ ਹੋ ਗਿਆ ਆਮ ਲੋਕਾਂ ਦਾ ਕਿ ਹਾਂ ਹੁਣ ਉਹਨਾਂ ਨੂੰ ਇਨਸਾਫ ਮਿਲੇਗਾ, ਉਹਨਾਂ ਨਾਲ ਜਿਹੜੀ ਠੱਗੀ ਜਿਹੜੀ ਆ ਨਹੀਂ ਬਚੇਗੀ। ਦੂਜਾ ਡਿਜੀਟਲਾਈਜੇਸ਼ਨ ਜਿਹੜੀ ਹੋਈ ਆ, ਕਹਿੰਦੇ ਉਹਦੇ ਨਾਲ ਵੀ ਜਿਹੜੀ ਪ੍ਰਾਪਰਟੀ ਦੀ ਸਰਚ ਕਰਨੀ ਹੈ, ਉਹਦੇ ਬਾਰੇ ਪੁੱਛਗਿੱਛ ਕਰਨੀ ਹੈ ਤੇ ਉਹਦੀ ਖਰੀਦ ਕਰਨੀ ਹੈ, ਉਹ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਹੋ ਗਈ ਆ। ਲੋਕੀ ਜਿਹੜੇ ਆ ਵਿਦੇਸ਼ 'ਚ ਬੈਠੇ ਵੀ ਪ੍ਰਾਪਰਟੀ ਖਰੀਦ ਲੈਂਦੇ ਆ। ਤੀਜੀ ਗੱਲ ਇਹ ਦੱਸੀ ਜਾਏ ਵੀ ਰੁਪਏ ਦੇ ਮੁਕਾਬਲੇ ਡਾਲਰ ਮਜ਼ਬੂਤ ਹੋਇਆ, ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਉੱਥੋਂ ਤਾਂ ਉਹਨਾਂ ਦਾ $1 ਭੇਜਣਾ ਤੇ ਇੱਥੇ ਉਹਨਾਂ ਦੇ ਜ਼ਿਆਦਾ ਪੈਸੇ ਬਣ ਗਏ ਆ ਤੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਚੀਜ਼ ਜਿਹੜੀ ਆ ਉਹ ਸਸਤੀ ਪੈ ਗਈ ਹੈ, ਮਕਾਨ ਉਹਨਾਂ ਨੂੰ ਸਸਤਾ ਪੈ ਰਿਹਾ। ਚੌਥਾ ਕਾਰਨ ਇਹ ਵੀ ਦੱਸਿਆ ਗਿਆ, ਪਿਛਲੇ ਕੁਝ ਸਾਲਾਂ ਤੋਂ ਕਹਿੰਦੇ ਪ੍ਰਾਪਰਟੀ ਵਿੱਚ ਸ਼ਾਨਦਾਰ ਰਿਟਰਨ ਮਿਲ ਰਹੀ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਸੀ।
ਤੇ ਸਾਲ ਦਾ ਸਾਲ ਜਿਹੜਾ ਕਿਰਾਇਆ ਉਹ ਵੀ ਵਧਣ ਦੀ ਸੰਭਾਵਨਾ ਪੈਦਾ ਹੋ ਗਈ ਇਸ ਇੰਡੀਆ ਦੇ ਵਿੱਚ। ਤੇ ਪੰਜਵਾਂ ਨਵੇਂ ਨਵੇਂ ਜਿਹੜੇ ਪਾਰਦਰਸ਼ੀ ਜਿਹੜੇ ਨਿਯਮ ਬਣਾਏ ਨੇ, ਪਹਿਲਾਂ ਦੇ ਮੁਕਾਬਲੇ ਜਿਹੜੇ ਟੈਕਸ ਜਿਹੜੇ ਸਰਲ ਕਰ ਦਿੱਤੇ ਗਏ ਨੇ, ਤੇ ਉਹਦੇ ਚੱਲਦੇ ਕਹਿੰਦੇ ਜਿਹੜਾ ਉਹਨਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਆ ਉਹ ਬੈਨੀਫਿਟ ਮਿਲਦੇ ਨੇ। ਤੇ ਨਾਲ ਇਹ ਗੱਲ ਹੋਰ ਜੋੜਦੇ ਨੇ, ਅੰਕੜੇ ਦੱਸਦੇ ਨੇ ਕਿ ਸਭ ਤੋਂ ਵੱਧ ਜਿਹੜਾ ਅਮਰੀਕਾ ਦੇ NRI ਜਿਹੜੇ ਨੇ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੈ। ਹਾਲਾਂਕਿ ਖਾੜੀ ਦੇਸ਼ਾਂ ਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੇ NRI ਵੀ ਭਾਰਤ ਵਿੱਚ ਜਿਹੜੀ ਹੈ ਰੁਚੀ ਲੈ ਰਹੇ ਨੇ, ਪੂਰੀ ਖਰੀਦ ਕਰ ਰਹੇ ਨੇ, ਪਰ ਸਭ ਤੋਂ ਵੱਧ ਅਮਰੀਕਾ 'ਚ ਰਹਿੰਦੇ ਜਿਹੜੇ NRIs ਨੇ ਉਹਨਾਂ ਨੇ ਇਹ 'ਚ ਰੁਚੀ ਦਿਖਾਈ ਹੈ। ਕੀ ਲੱਗਦਾ ਅਮਰੀਕਾ ਵਾਲੇ ਕਿਤੇ ਇਹ ਤਾਂ ਨਹੀਂ ਸੋਚ ਰਹੇ ਕਿ ਜੇ ਕਿਤੇ ਜਾਣਾ ਪਿਆ ਕੱਲ ਨੂੰ, ਜਿੱਦਾਂ ਦੇ ਹਾਲਾਤ ਪੈਦਾ ਹੋ ਰਹੇ ਆ, ਉਹਦੇ ਮੱਦੇ ਨਜ਼ਰ ਆਪਣੇ ਆਪ ਨੂੰ ਸਿਕਿਉਰ ਕਰਕੇ ਰੱਖੋ, ਆਪਣੇ ਦੇਸ਼ ਵਿੱਚ ਜਿਹੜੀ ਪ੍ਰਾਪਰਟੀ ਖਰੀਦੀ ਕਿਤੇ ਨਾ ਕਿਤੇ ਕੰਮ ਆ ਜਾਊਗੀ? ਮਿੱਤਰ ਸਾਹਿਬ ਦੇਖੋ, ਮੈਂ ਪਹਿਲਾਂ ਬੇਨਤੀ ਕੀਤੀ ਕਿ ਨੋ ਡਾਊਟ ਜਿਸ ਤਰ੍ਹਾਂ ਅਮਰੀਕਾ ਦੇ ਆਪਾਂ ਇਕੱਲੇ ਅਮਰੀਕਾ ਜ਼ਿਕਰ ਕਰ ਲਈਏ, ਜਿਸ ਤਰ੍ਹਾਂ ਹੁਣ ਰਸ਼ੀਆ ਦੇ ਨਾਲ ਯੂਕਰੇਨ ਦੀ ਲੜਾਈ ਚੱਲ ਰਹੀ ਹੈ, ਅਮਰੀਕਾ ਪੂਰੀ ਸਪੋਰਟ ਕਰ ਰਿਹਾ ਯੂਕਰੇਨ ਨੂੰ। ਨਿਊਕਲੀਅਰ ਵਾਰ ਦੀ ਖਤਰਾ ਹਮੇਸ਼ਾ ਬਣਿਆ ਹੋਇਆ, ਕਿਸੇ ਵੇਲੇ ਇਹ ਨਿਊਕਲੀਅਰ ਵਾਰ 'ਚ ਤਬਦੀਲ ਹੋ ਸਕਦਾ। ਉਧਰੋਂ ਯੂਰਪ ਨਾਲ ਵੀ ਰਸ਼ੀਆ ਦਾ ਲੜਾਈ ਚੱਲ ਰਹੀ ਹੈ ਅੰਦਰਗਤੀ। ਤੋਂ ਨੈਚੁਰਲੀ ਜਿੰਨੇ ਵੀ ਕੰਟਰੀਜ਼ ਨੇ ਜਿਹੜੇ ਸਾਡੇ ਵਸਿੰਦੇ ਨੇ, ਭਾਰਤ ਦੇ ਨਾਗਰਿਕ ਉੱਥੇ ਜਾ ਕੇ ਰਹਿ ਰਹੇ ਨੇ, ਉਹ ਸਿਰਫ ਕਿਉਂ ਗਏ? ਰੋਟੀ ਕਮਾਉਣ ਲਈ, ਪੈਸੇ ਦੀ ਲਾਲਚ, ਡਾਲਰ ਦੀ ਚਮਕ ਦੇਖ ਕੇ। ਜਿਸ ਤਰ੍ਹਾਂ ਹੁਣ ਗੱਲ ਹੋਈ ਕਿ ਡਾਲਰ ਨੈਚੁਰਲੀ ਰੁਪਇਆ ਸਾਡਾ ਡੇ ਬਾਏ ਡੇ ਵੀਕ ਹੀ ਹੁੰਦਾ ਜਾ ਰਿਹਾ, ਇਹ ਰੁਪਇਆ ਮਜ਼ਬੂਤ ਨਹੀਂ ਹੋਇਆ। ਉਹਨੂੰ ਲੱਗਦਾ ਕਿ ਮੈਂ 1 ਲੱਖ ਡਾਲਰ ਲਗਾਇਆ ਤੇ ਮੇਰੇ 80 ਲੱਖ ਰੁਪਇਆ ਬਣ ਗਿਆ। ਉਹਨਾਂ ਲਈ ਬਹੁਤ ਮਤਲਬ ਮਾਮੂਲੀ ਗੱਲ ਹੈ ਇਹ ਜਿਹੜੇ NRIs ਨੇ। ਉਹੀ ਕਾਰਨ ਕੀ ਕੀਤਾ, ਜੇ ਤਾਂ ਕੱਲ ਨੂੰ ਨਿਊਕਲੀਅਰ ਵਾਰ ਲੱਗਦੀ ਹੈ ਜਾਂ ਵਰਲਡ ਵਾਰ ਵਾਲੀ ਪੋਜੀਸ਼ਨ ਆਉਂਦੀ ਹੈ ਤਾਂ ਅਸੀਂ ਆਪਣੀ ਸੇਫ ਸਾਈਡ ਕਰ ਲਈਏ, ਅਸੀਂ ਜਹਾਜ਼ ਫੜਨਾ ਤੇ ਇੰਡੀਆ ਪਹੁੰਚ ਜਾਣਾ, ਉੱਥੇ ਸਾਡਾ ਰਹਿਣ ਦਾ ਬਸੇਰਾ ਬਣ ਜਾਵੇ। ਨਹੀਂ ਤਾਂ ਪ੍ਰੋਫਿਟ ਟੇਕਿੰਗ ਦਾ ਹੀ ਹੈ ਕਿ ਜੋ ਮੁਨਾਫਾ ਆਊਗਾ, ਚਾਹੇ ਕਿਰਾਏ ਚਾਹੇ ਪ੍ਰਾਪਰਟੀ ਵੇਚ ਕੇ ਉਹ ਮੁਨਾਫਾ ਲੈ ਲਾਂਗੇ ਅਸੀਂ। ਦੋ ਹੀ ਕਾਰਨ ਨੇ ਜੀ ਇਹਦੇ। ਇਹ ਜਿਹੜਾ ਮੁਨਾਫਾ ਹੈ NRI ਜਿਹੜੇ ਨੇ ਪੰਜਾਬ ਦੇ ਵੀ ਬਹੁਤ ਸਾਰੇ ਨੇ, ਅਮਰੀਕਾ ਵਿੱਚ ਵੀ ਕਮੀ ਨਹੀਂ, ਕੈਨੇਡਾ ਵਿੱਚ ਤਾਂ ਸਭ ਤੋਂ ਪਿਆਰੀ ਡੈਸਟੀਨੇਸ਼ਨ ਹੈ ਅਮਰੀਕਾ ਔਰ ਕੈਨੇਡਾ, ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਵੀ ਹੈ, ਹੋਰ ਮੁਲਕਾਂ ਦੇ ਵਿੱਚ NRI ਬਹੁਤ ਵਸੇ ਹੋਏ ਨੇ। ਪਰ ਕੀ ਕਾਰਨ ਆ ਮਿੰਦਰੂ ਜੀ? ਧਿਆਨ ਸਾਰਾ ਦਿੱਲੀ ਵੱਲ ਨੂੰ ਹੈ, NCR ਵੱਲ ਨੂੰ ਹੈ, UP ਵਾਲੇ ਪਾਸੇ ਨੂੰ ਹੈ, ਤੇ ਧਿਆਨ ਜਿਹੜਾ NRI ਦਾ ਪੰਜਾਬ ਵੱਲ ਨੂੰ ਕਿਉਂ ਨਹੀਂ ਆਕਰਸ਼ਿਤ ਹੋ ਪਾ ਰਿਹਾ? ਪੰਜਾਬ ਵਿੱਚ ਇਹ ਅੰਕੜੇ ਕਿਉਂ ਨਹੀਂ ਦੇਖਣ ਨੂੰ ਮਿਲ ਰਹੇ? ਕਿਵੇਂ ਦੇਖਦੇ ਹੋ ਸੰਧੂ ਸਾਹਿਬ? ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਮਿੱਤਲ ਸਾਹਿਬ ਨੇ ਔਰ ਦੂਸਰੇ ਸਾਡੇ ਪੈਨਲਿਸਟ ਸਾਥੀ ਨੇ ਬੜੇ ਵਿਸਤਾਰ ਦੇ ਨਾਲ ਇਹਨਾਂ ਗੱਲਾਂ ਦੇ ਉੱਤੇ ਰੋਸ਼ਨੀ ਪਾਈ ਹੈ, ਔਰ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਇਹ ਗੱਲਾਂ ਠੀਕ ਨੇ। ਤੇ ਲੇਕਿਨ ਹੁਣ ਜਿਹੜਾ ਦੁਬਾਰਾ ਪਿਛਲੇ 2 ਸਾਲਾਂ ਤੋਂ ਬਾਹਰਲੇ ਜਿਹੜੇ ਭਾਰਤੀ ਪ੍ਰਵਾਸੀ ਹੈ ਉਹਨਾਂ ਦਾ ਅਗਰ ਰੁਝਾਨ ਦੁਬਾਰਾ ਹਿੰਦੁਸਤਾਨ ਵੱਲ ਨੂੰ ਵੱਧ ਰਿਹਾ, ਤੇ ਉਹ ਕੁਝ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਔਰ ਕੁਝ ਉਹਨਾਂ ਨੂੰ ਜਿਹੜੀਆਂ ਸੁਰੱਖਿਅਤ ਕਾਨੂੰਨ ਦਿੱਤੇ ਜਾ ਰਹੇ ਨੇ ਤਾਂ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਪਿੱਛੇ ਕਬਜ਼ੇ ਨਾ ਹੋਣ, ਔਰ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਸਰਚ ਕਰ ਸਕਦੇ ਨੇ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਕ ਸੁਲੇਖ ਹੈ ਉਹਦੇ ਕਰਕੇ ਹੋ ਰਿਹਾ। ਹੁਣ ਗੱਲ ਭਗਵੰਤ ਮਾਨ ਜੀ ਨੇ ਵੀ ਪਿਛਲੇ ਕੁਝ ਦਿਨਾਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸਮਿਟ ਆਰਗੇਨਾਈਜ਼ ਕੀਤੀ ਗਈ, ਉਹ ਇਸ ਲਈ ਕੀਤੀ ਗਈ ਤਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਪੰਜਾਬ ਨੂੰ ਸੁਨਹਿਰਾ ਭਵਿੱਖ ਦੇਣ ਦੇ ਲਈ, ਪੰਜਾਬ ਨੂੰ ਇੱਕ ਸੁਨਹਿਰਾ ਹੱਸਦਾ ਖੇਡਦਾ ਦੁਬਾਰਾ ਪੰਜਾਬ ਬਣਾਉਣ ਦੇ ਲਈ ਉਹ ਬਾਹਰੋਂ ਵੀ ਇਨਵੈਸਟਮੈਂਟ ਲੈਣ ਦੀ ਕੋਸ਼ਿਸ਼ ਕਰਨਗੇ, ਤੇ ਉਹਨਾਂ ਦੀਆਂ ਵੀ ਕੋਸ਼ਿਸ਼ਾਂ ਜਾਰੀ ਨੇ, ਤੇ ਉਹਦੇ ਵਿੱਚ ਵੀ ਕਾਫੀ ਅੱਛਾ ਜਿਹੜਾ ਆ ਹੁੰਗਾਰਾ ਮਿਲਿਆ ਹੈ। ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਕੇਂਦਰ ਸਰਕਾਰ ਦੀਆਂ ਨੀਤੀਆਂ ਔਰ ਪੰਜਾਬ ਸਰਕਾਰ ਦੀਆਂ ਨੀਤੀਆਂ ਇਸ ਵੱਲ ਨੂੰ ਇੱਕ ਸ਼ਲਾਘਾਯੋਗ ਕਦਮ ਪੁੱਟਣਗੀਆਂ ਤਾਂ ਕਿ ਬਾਹਰਲੇ ਲੋਕਾਂ ਦਾ ਜਿੰਨਾ ਪੈਸਾ ਸਾਡਾ ਸਟੱਡੀ ਵੀਜ਼ਾ ਦੀ ਤਰ੍ਹਾਂ ਜਾਂ ਦੂਸਰੇ ਕਿਸੇ ਕਾਰਨਾਂ ਕਰਕੇ ਬਾਹਰ ਜਾ ਰਿਹਾ, ਉਹ ਪੈਸਾ ਕਿਸੇ ਨਾ ਕਿਸੇ ਇਨਵੈਸਟਮੈਂਟ ਦੇ ਰੂਪ ਦੇ ਵਿੱਚ ਦੁਬਾਰਾ ਅਗਰ ਭਾਰਤ ਦੇ ਵਿੱਚ ਆਂਦਾ ਆ ਤੇ ਇਹ ਭਾਰਤ ਦੀ ਤਰੱਕੀ ਦੇ ਵਿੱਚ ਔਰ ਪੰਜਾਬ ਦੀ ਤਰੱਕੀ ਦੇ ਵਿੱਚ ਔਰ ਸਾਡੀ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਵਿੱਚ ਬਹੁਤ ਇੱਕ ਸਹਾਇਤਾਯੋਗ ਕਦਮ ਹੋਏਗਾ। ਜੀ ਅਮਰਵਿੰਦਰ ਜੀ, ਮਹਿੰਦਰੂ ਨੇ ਤਾਂ ਉਮੀਦ ਪ੍ਰਗਟ ਕਰ ਲਈ ਹੈ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਵੀ ਕੇਂਦਰ ਦੇ ਦਰਸਾਏ ਅਨੁਸਾਰ ਉਹਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਪੰਜਾਬ ਦੇ NRI ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਵਿੱਚ ਜ਼ਰੂਰ ਸਫਲ ਹੋਏਗੀ ਜੇ ਨੀਤੀਆਂ ਅਪਣਾਏਗੀ। ਕਿੰਨੀ ਕੁ ਉਮੀਦ ਬਾਕੀ ਹੈ, ਕਿੰਨੀ ਕੁ ਆਸ ਕੀਤੀ ਜਾ ਸਕਦੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਇਹ ਤੇ ਸਕਸੈਸ ਹੋਏਗੀ? ਤੁਸੀਂ NRI ਦੇ ਵੀਰਾਂ ਨੂੰ ਕੀ ਕਹਿਣਾ ਚਾਹੋਗੇ? ਸੰਧੂ ਸਾਹਿਬ, ਮੇਰਾ ਇਹ ਮੰਨਣਾ ਹੈ ਕਿ ਪੰਜਾਬ ਸਰਕਾਰ ਪਹਿਲਾਂ ਜਿਹੜੇ ਮੇਨ ਕਮੇਨ ਚੱਲ ਰਹੇ ਨੇ ਇਹਨਾਂ ਚੋਂ ਬਾਹਰ ਆ ਜਾਵੇ,
ਇਹਨਾਂ ਨੂੰ ਇਗਨੋਰ ਕਰੇ, ਇਹਦੇ ਵੱਲ ਬਿਲਕੁਲ ਧਿਆਨ ਨਾ ਦੇਵੇ। ਮੁੱਖ ਮੰਤਰੀ ਦਾ ਇਹ ਕੋਈ ਦਾਇਤਵ ਨਹੀਂ ਬਣਦਾ ਕਿ ਕੋਈ ਫालतू ਬੋਲਿਆ ਤਾਂ ਉਹਦੀ ਫालतू ਗੱਲ ਦਾ ਵੀ ਜਵਾਬ ਮੁੱਖ ਮੰਤਰੀ ਦੀ ਰਿਸਪੌਂਸਿਬਿਲਟੀ ਆ। ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਕੇ ਪੰਜਾਬ ਦੇ ਪ੍ਰਤੀ ਸੰਜੀਦਾ ਰੂਪ ਦਿਖਾਣ। ਇਹ 1.25 ਸਾਲ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਜੋ ਇਹਨਾਂ ਨੇ ਵਾਅਦੇ ਕੀਤੇ ਸੀ, ਮੈਨੂੰ ਕੋਈ ਵੀ ਉਹਦੇ ਉੱਤੇ ਇਹਨਾਂ ਦਾ ਅਮਲੀ ਜਾਮਾ ਤੇ ਨਜ਼ਰ ਆ ਨਹੀਂ ਰਿਹਾ ਕਿਤੇ ਵੀ। ਜਿਸ ਤਰ੍ਹਾਂ ਕਿ ਹੁਣੇ ਆਪਾਂ ਗੱਲ ਕਰ ਰਹੇ ਸੀ ਵੀ NRIs ਨੂੰ ਆਪਣੇ ਵੱਲ ਭਰਮਾਉਣ ਦੀ ਗੱਲ, ਉਹਦੇ ਵਿੱਚ ਵੀ ਅਸੀਂ ਪੂਰੀ ਤਰ੍ਹਾਂ ਅਸਫਲ ਰਹੇ ਆ। ਜਿਸ ਤਰ੍ਹਾਂ ਕਿ ਯੂਥ ਦਾ ਜਿਹੜੀ ਸਾਡੀ ਬ੍ਰੇਨ ਡਰੇਨ ਆ ਉਹ ਜਿਹੜੀ ਵਿਦੇਸ਼ਾਂ ਨੂੰ ਜਾ ਰਹੀ ਸੀ, ਮਾਨ ਸਾਹਿਬ ਨੇ ਪਹਿਲਿਆਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਇਹਨੂੰ ਰੋਕਣ ਵਾਸਤੇ ਪੂਰੇ ਯਤਨ ਕਰਾਂਗਾ, ਪਰ ਉਹ ਯਤਨ ਕਿਹੜੇ ਰੂਪ 'ਚ ਕੀਤੇ ਗਏ ਨੇ, ਕਿੱਥੇ ਕੀਤੇ ਗਏ ਨੇ ਤੇ ਉਹਨਾਂ ਦਾ ਰਿਜ਼ਲਟ ਕੀ ਆਇਆ, ਉਹ ਮੈਨੂੰ ਅਜੇ ਤੱਕ ਦੂਰ ਤੱਕ ਕਿਤੇ ਦੇਖਣ ਨੂੰ ਨਹੀਂ ਮਿਲਿਆ। ਹਾਂ, ਸਗੋਂ ਅਸੀਂ ਲੋਕਾਂ ਨੇ ਜਿਹੜੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਅਸੀਂ ਇਸ ਚੀਜ਼ ਦੇ ਉੱਤੇ ਆਪਣਾ ਪਹਿਰਾ ਦੇਣਾ ਆਪਣੇ ਲੈਵਲ ਤੇ ਸ਼ੁਰੂ ਕੀਤਾ, ਪਰ ਇਹਦੇ 'ਚ ਸਰਕਾਰ ਦਾ ਕੋਈ ਰੋਲ ਮੈਨੂੰ ਨਹੀਂ ਜ਼ਿਆਦਾ ਨਜ਼ਰ ਆਇਆ। ਪਰ ਸਰਕਾਰ ਜੇ ਵਾਅਦੇ ਕਰੇ ਤੇ ਉਹਨੂੰ ਸੰਜੀਦਾ ਹੋ ਕੇ ਪੂਰੇ ਵੀ ਕਰੇ। ਇਹਦੇ ਤੇ ਸਰਕਾਰ ਨੂੰ ਆਪਣਾ ਦਾਇਤਵ ਨਿਭਾਉਣਾ ਚਾਹੀਦਾ। ਜਿੱਥੋਂ ਤੱਕ ਮੈਂ ਦੇਖ ਰਿਹਾ ਹਾਂ, ਇਹਦੇ 'ਚ ਸਰਕਾਰ ਪੂਰੀ ਤਰ੍ਹਾਂ ਅਸਫਲ ਹੈ। ਜੀ ਧੰਨਵਾਦ। ਜਾਂਦੇ ਅਸੀਂ ਮਿੱਤਲ ਸਾਹਿਬ ਤੁਹਾਡੇ ਕੋਲ ਇੱਕ ਟਿੱਪਣੀ ਜ਼ਰੂਰ ਲਵਾਂਗੇ। ਇੱਕ ਪਾਸੇ ਗੱਲ ਆ ਗਈ ਪੰਜਾਬ ਸਰਕਾਰ ਦੀ, ਪੰਜਾਬ ਦੇ ਤੰਤਰ ਦੀ, ਦੂਜੇ ਪਾਸੇ ਕੇਂਦਰ ਸਰਕਾਰ ਦੀ ਗੱਲ ਆ ਗਈ। ਜਿੱਦੇ ਕਿਸਾਨ ਅੰਦੋਲਨ ਤੋਂ ਬਾਅਦ ਇੱਕ ਮਹਿਸੂਸ ਕੀਤਾ ਗਿਆ ਜਿਸ ਤਰੀਕੇ ਨਾਲ ਟਾਵਰ ਪੱਟੇ ਗਏ ਨੇ, ਖੰਭੇ ਪੱਟੇ ਗਏ ਨੇ, ਤੇ ਉਹ ਚੀਜ਼ ਜਿਹੜੀ ਮਾਰਕਸਵਾਦ ਦੀ ਹਲੇ ਤੱਕ ਵੀ ਲਗਾਤਾਰ ਜਾਰੀ ਹੈ। ਕਿਸਾਨੀ ਅੰਦੋਲਨ ਦੇ ਨਾਂ ਤੇ, ਕਿਸਾਨ ਮਜ਼ਦੂਰਾਂ ਦੇ ਨਾਂ ਦੇ ਉੱਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਇਸ ਤਰੀਕੇ ਨਾਲ ਅਗਰ ਅੱਜ ਵੀ ਟੋਲ ਪਲਾਜ਼ੇ ਫ੍ਰੀ ਕਰਨ ਦੀਆਂ ਹੋਰ ਚੀਜ਼ਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਅਸੰਤੁਸ਼ਟੀ ਇੱਕ ਤਰੀਕੇ ਨਾਲ ਹੈ। ਤੇ ਕੀ ਲੱਗਦਾ ਕਿ ਇਸ ਮਾਹੌਲ ਦੇ ਵਿੱਚ NRI ਦਾ ਮਨ ਜਿਹੜੀ ਆ ਸਰਕਾਰ ਬਣਾਉਣ 'ਚ ਕਾਮਯਾਬ ਹੋ ਸਕੇਗੀ? ਉਹਨਾਂ ਨੂੰ ਭਰੋਸਾ ਦਿਵਾਉਣ ਲਈ ਕਿੰਨਾ ਕੁ ਆਧਾਰ ਮੌਜੂਦ ਹੈ ਪੰਜਾਬ ਸਰਕਾਰ ਦੇ ਕੋਲ ਜੇ ਤੇ NRI ਵਿਸ਼ਵਾਸ ਕਰ ਲੈਣ? ਦੇਖੋ, ਬੜੀ ਵਧੀਆ ਗੱਲ ਤੁਸੀਂ ਕੀਤੀ ਹੈ ਕਿ NRI ਦਾ ਵਿਸ਼ਵਾਸ ਕਿਉਂ ਨਹੀਂ ਬਣ ਰਿਹਾ। ਜੇ ਆਪਾਂ ਥੋੜੀ ਜਿਹੀ ਘੋਖ ਮਾਰੀਏ, ਜੋ ਉਹਦੀ ਸਰਕਾਰ ਬਣੀ ਹੈ, ਸਭ ਤੋਂ ਪਹਿਲਾਂ ਪਟਿਆਲੇ ਕਾਲੀ ਮਾਤਾ ਮੰਦਿਰ ਦੇ ਬਾਹਰ ਲੜਾਈ ਹੋਈ, ਕਾਂਡ ਹੋਇਆ ਉੱਥੇ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਹੱਤਿਆ ਹੋ ਗਈ, ਫਿਰ ਬੇਅਦਬੀਆਂ ਸ਼ੁਰੂ ਹੋ ਗਈਆਂ, ਫਿਰ ਅੰਮ੍ਰਿਤਪਾਲ ਸਿੰਘ ਕਾਂਡ ਚੱਲ ਪਿਆ। ਜਦੋਂ ਦੀ ਸਾਲ ਤੋਂ ਸਰਕਾਰ ਬਣੀ ਹੈ, ਡਿਸਟਰਬੈਂਸ ਹੀ ਚੱਲ ਰਹੀ ਹੈ ਪੰਜਾਬ ਦੇ ਵਿੱਚ। ਇਹ ਕਿਹੜੀਆਂ ਜਿਹੜੀਆਂ ਸ਼ਰਾਰਤਾਂ ਕਰਾਈਆਂ ਜਾ ਰਹੀਆਂ ਨੇ, ਕਿਹੜੀਆਂ ਪਿੱਛੇ ਤਾਕਤਾਂ ਨੇ, ਵਿਦੇਸ਼ੀ ਤਾਕਤਾਂ ਜਾਂ ਹੋਰ ਕੋਈ ਜਿਹੜੀਆਂ ਕੋਈ ਵੀ ਤਾਕਤਾਂ ਨੇ, ਉਹ ਕੌਣ ਨੇ ਜਿਹੜੀ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੀਆਂ ਨੇ? ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੇਰਾ ਖਿਆਲ NRI ਐਡੀ ਜਲਦੀ ਤਿਆਰ ਨਹੀਂ ਹੋਏਗਾ ਪੰਜਾਬ 'ਚ ਇਨਵੈਸਟਮੈਂਟ ਕਰਨ ਦੀ। ਦੂਜੀ ਗੱਲ ਕਿਸਾਨਾਂ ਦੀ, ਕਿਸਾਨਾਂ ਦਾ ਜਿਹੜਾ ਹੁਣ ਇਸ ਟਾਈਮ ਨਹੀਂ, ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਉਹ ਹੋਇਆ ਸੀ ਕ੍ਰਿਸ਼ੀ ਬਿੱਲਾਂ ਨੂੰ ਲੈ ਕੇ, ਕਿਸਾਨੀ ਬਿੱਲਾਂ ਨੂੰ ਲੈ ਕੇ। ਉਹ ਚਲੋ ਜਾਇਜ਼ ਸੀ, ਉਹਨਾਂ ਦਾ ਰੋਸ਼, ਉਹਨਾਂ ਦੇ ਮਨ 'ਚ ਕੁਝ ਗਲਤਫਹਿਮੀਆਂ ਸੀ ਜੋ ਮੈਂ ਸਮਝਦਾ ਕੇਂਦਰ ਸਰਕਾਰ ਉਹ ਦੂਰ ਨਹੀਂ ਕਰ ਸਕੀ, ਉਹਨਾਂ ਨੂੰ ਨਹੀਂ ਸਮਝਾ ਸਕੀ। ਉਹਦੇ ਕਰਕੇ ਅੰਦੋਲਨ ਬੜਾ ਵੱਡਾ ਰੂਪ ਲੈ ਗਿਆ ਔਰ ਉਹਦਾ ਨਤੀਜਾ ਨਿਕਲਿਆ 700 ਸਾਡੇ ਕਿਸਾਨ ਵੀ ਆਪਣੀ ਜਾਨ ਗਵਾ ਗਏ ਉੱਥੇ, ਔਰ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਬਾਅਦ 'ਚ ਆ ਕੇ ਮਾਫੀ ਵੀ ਮੰਗਣੀ ਪਈ। ਇਹ ਬਹੁਤ ਮਾੜੀ ਗੱਲ ਹੋਈ ਸੀ। ਹੁਣ ਕੀ ਹੋਇਆ ਉਸ ਤੋਂ ਬਾਅਦ? ਹੁਣ ਕੋਈ ਗੱਲ ਹੁੰਦੀ ਹੈ, ਇਹਨਾਂ ਨੇ ਰਸਤਾ ਹੀ ਫੜ ਲਿਆ। ਟ੍ਰੇਨ ਰੋਕ ਲਓ, ਰੇਲ ਗੱਡੀਆਂ ਰੋਕ ਲਓ, ਟੋਲ ਫ੍ਰੀ ਕਰ ਦਿਓ। ਇਹਨਾਂ ਨੂੰ ਪੁੱਛੇ ਕਿਸਾਨ ਵੀਰਾਂ ਨੂੰ, ਉਹ ਭਾਈ ਉੱਥੇ ਟੋਲ ਫ੍ਰੀ ਕਰਤਾ, ਚਲੋ ਇੰਨਾ ਹੀ ਬੜੀ ਮਿਹਰਬਾਨੀ ਹੈ, ਤੁਸੀਂ ਜਾਮ ਲਾਉਂਦੇ, ਲੋਕਾਂ ਨੂੰ ਤੰਗ ਨਹੀਂ ਕਰਦੇ। ਟੋਲ ਫ੍ਰੀ ਕਰਨਾ ਕੀ ਹੋਣਾ? ਉਹਦਾ ਸਰਕਾਰ ਨੂੰ ਪਤਾ, ਕੇਂਦਰ ਸਰਕਾਰ ਨੂੰ ਘਾਟਾ ਪੈ ਜਾਊਗਾ। ਉਹ ਤਾਂ ਚੱਲਦੇ ਰਹਿੰਦੇ ਘਾਟੇ ਵੱਧਦੇ। ਲੇਕਿਨ ਇਹ ਕੋਈ ਤਰੀਕਾ ਨਹੀਂ ਹੈਗਾ ਤੁਹਾਡਾ ਐਜੀਟੇਸ਼ਨ ਕਰਨ ਦਾ। ਤੁਸੀਂ ਰੇਲ ਗੱਡੀਆਂ ਰੋਕ ਲੈਂਦੇ ਹੋ, ਛੋਟੇ ਛੋਟੇ ਬੱਚੇ ਬਜ਼ੁਰਗ ਕਿਸ ਤਰ੍ਹਾਂ ਤਰਾਹੀ ਕਰਦੇ ਨੇ ਗੱਡੀਆਂ ਵਿੱਚ। ਤੁਸੀਂ ਲੋਕਾਂ ਦੇ ਨਾਲ ਲੋਕਾਂ ਦੀ ਹਮਦਰਦੀ ਲਓ, ਲੋਕਾਂ ਨੂੰ ਅੱਗੇ ਬੁਰੇ ਨਾ ਬਣੋ। ਇਹ ਨਾ ਲੋਕੀ ਤੁਹਾਨੂੰ ਮਾੜਾ ਕਹਿਣਾ ਸ਼ੁਰੂ ਕਰ ਦੇਣ। ਆਪਣੀ ਐਜੀਟੇਸ਼ਨ ਚਲਾਓ। ਤੁਹਾਡਾ ਕੋਈ ਮੰਗ ਹੈ, ਉਹਨੂੰ ਜਾਇਜ਼ ਤਰੀਕੇ ਨਾਲ ਤੁਸੀਂ SDM DC ਦੇ ਬਾਹਰ ਧਰਨਾ ਲਾਓ, ਜਾਂ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਧਰਨਾ ਲਾਓ। ਉਹ ਸਮਝ ਲੱਗਦੀ ਹੈ। ਤੁਸੀਂ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਸੜਕਾਂ ਰੋਕ ਕੇ, ਗੱਡੀਆਂ ਰੋਕ ਕੇ? ਇਹ ਬਿਲਕੁਲ ਗਲਤ ਹੈ। ਇਹਦੇ ਵਿੱਚ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਕਿਸਾਨ ਅੰਦੋਲਨ ਦੇ ਨਾਂ ਤੇ ਉਹ ਵੱਖ-ਵੱਖ ਗਰੁੱਪ ਬਣ ਗਏ ਨੇ, ਕੋਈ ਇਲੈਕਸ਼ਨ ਲੜ ਰਿਹਾ, ਕੋਈ ਆਪਣੀ ਹੋਂਦ ਖੜੀ ਕਰਨੀ ਚਾਹੁੰਦਾ। ਇਹ ਠੀਕ ਨਹੀਂ ਹੈ ਜੀ। ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਔਰ ਆਪਣੇ ਕੀਮਤੀ ਵਿਚਾਰ ਦਿੱਤੇ। ਪੈਨਲਿਸਟਾਂ ਦਾ ਹਾਰਦਿਕ ਧੰਨਵਾਦ ਤੇ ਨਾਲ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ ਤੇ ਜਾਂਦੇ ਇੰਨੀ ਗੱਲ ਜ਼ਰੂਰ ਯਾਦ ਕਰਵਾ ਦਈਏ ਕਿ ਸਾਡੇ ਇਸ ਵੀਡੀਓ ਨੂੰ ਕਾਲ ਕਰਨਾ, ਇਹਨੂੰ ਅੱਗੇ ਸ਼ੇਅਰ ਕਰਨਾ, ਸਾਡੇ ਤੇ ਕਮੈਂਟ ਕਰਕੇ ਆਪਣੀ ਰਾਏ ਦੇਣੀ ਔਰ ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ, ਸ਼ੁਕਰੀਆ।